ਵਾਹਿਗੁਰੂ ਸਾਹਿਬ ਜੀਓ। ਰਾਗ ਸੂਹੀ ਅਸ਼ਟਪਦੀਆਂ ਮਹਲਾ ਚੌਥਾ ਘਰ ਦੂਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵਿਚਾਈ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵਿਚਾਈ। ਦਰਸ਼ਨ ਹਰ ਦੇਖਣ ਕੈ ਤਾਈ, ਕਿਰਪਾ ਕਰਹਿ ਤਾਂ ਸਤਿਗੁਰ ਮੇਲੈ। ਹਰ ਹਰ ਨਾਮ ਧਿਆਈ ਰਹਾਉ। ਜੇ ਗੁਰ ਛਿੜਕੇ ਤਾਂ ਮੀਠਾ ਲਾਗੈ, ਜੇ ਬਖਸ਼ੇ ਤਾਂ ਗੁਰ ਵਡਿਆਈ। ਗੁਰਮੁਖ ਬੋਲੈ ਸੋ ਥਾਏ ਪਾਏ, ਮਨ ਮੁਖ ਕਿਛ ਥਾਏ ਨਾ ਪਾਈ। ਪਾਲਾ ਕੱਕਰ ਵਰਫ ਵਰਸੈ, ਗੁਰਸਿੱਖ ਗੁਰ ਦੇਖਣ ਜਾਈ। ਸਭ ਦਿਨ ਸਰੈਣ ਦੇਖੋ ਗੁਰ ਅਪੁਨਾ, ਵਿੱਚ ਅੱਖੀਂ ਗੁਰ ਪੈਰ ਧਰਾਈ। ਅਨੇਕ ਉਪਾਵ ਕਰੀ ਗੁਰ ਕਾਰਣ, ਗੁਰ ਭਾਵੈ ਸੋ ਥਾਏ ਪਾਈ। ਰੈਣ ਦਿਨਸ ਗੁਰ ਚਰਨ ਆਰਾਧੀ, ਦਇਆ ਕਰੋ ਮੇਰੇ ਸਾਈਂ। ਨਾਨਕ ਕਾ ਜਿਉ ਪਿੰਡ ਗੁਰੂ ਹੈ, ਗੁਰ ਮਿਲ ਤ੍ਰਿਪਤ ਅਘਾਈ। ਨਾਨਕ ਕਾ ਪ੍ਰਭ ਪੂਰ ਰਹਿਓ ਹੈ, ਜਤ ਕਤ ਤਤ ਗੋਸਾਈ। ਨਾਨਕ ਕਾ ਜਿਉ ਪਿੰਡ ਗੁਰੂ ਹੈ, ਗੁਰ ਮਿਲ ਤ੍ਰਿਪਤ ਅਘਾਈ। ਨਾਨਕ ਕਾ ਪ੍ਰਭ ਪੂਰ ਰਹਿਓ ਹੈ, ਜਤ ਕਤ ਤਤ ਗੋਸਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਬਖਸ਼ਿਸ਼ ਢਲਦੀ ਸ਼ਾਮ ਅਸੀਂ ਸਤਸੰਗਤ ਮਾਣ ਰਹੇ ਹਾਂ। ਜੋ ਗੁਰਬਾਣੀ ਵਿਆਖਿਆਨ ਹੋ ਰਿਹਾ ਹੈ, ਇਸ ਵਿੱਚ ਇਸ ਪਾਵਨ ਅਸਥਾਨ 'ਤੇ ਰਾਗ ਸੂਹੀ ਵਿਚਾਰ ਗੋਚਰੇ ਹੈ। ਇਸ ਵਿੱਚ ਅਸ਼ਟਪਦੀਆਂ ਦਾ ਸੰਦੇਸ਼ ਸਾਨੂੰ ਪ੍ਰਾਪਤ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਨਾਨਕ ਜੋਤ ਦੇ ਚੌਥੇ ਜਾਮੇ ਦੁਆਰਾ ਉਚਰਿਤ ਕੀਤਾ ਗਿਆ ਲਮੇਰਾ ਸ਼ਬਦ, ਜਿਹਦੇ 32 ਬੰਦ ਨੇ, ਉਹ ਸਾਨੂੰ ਪ੍ਰਾਪਤ ਹੈ। ਆਪ ਜੀ ਨੇ ਇਸ ਸ਼ਬਦ ਦਾ ਮੋਸਟਲੀ ਹਿੱਸਾ ਅਰਾਊਂਡ 24 ਪਦੇ ਉਹਨਾਂ ਦੀ ਪਾਠ ਵਿਆਖਿਆ ਪਹਿਲਾਂ ਸਰਵਨ ਕਰ ਲਈਏ। ਅੱਜ ਅਗਲੇਰੇ ਜੋ ਇਹਦੇ 7-8 ਬੰਦ ਬਣਦੇ ਨੇ, ਉਹਨਾਂ ਨੂੰ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ। ਯਤਨ ਕਰਾਂਗੇ ਅੱਜ ਸਮੁੱਚੇ ਸ਼ਬਦ ਨੂੰ ਅਸੀਂ ਵਿਆਖਿਆ ਸਕੀਏ। ਵਿਚਾਰ ਦੀ ਪ੍ਰਾਰੰਭਤਾ ਮੁੱਖ ਸੁਨੇਹੇ ਤੋਂ, ਮੁਰਾਦ ਰਹਾਉ ਦੇ ਬੰਦ ਤੋਂ ਕਰ ਰਹੇ ਹਾਂ। ਸਭ ਜ਼ਿਕਰ ਕਰਦੇ ਨੇ, ਦਰਸ਼ਨ ਹਰ ਦੇਖਣ ਕੈ ਤਾਈ, ਕਿਰਪਾ ਕਰਹਿ ਤਾਂ ਸਤਿਗੁਰ ਮੇਲੈ। ਹਰ ਹਰ ਨਾਮ ਧਿਆਈ ਰਹਾਉ। ਦਰਸ਼ਨ ਹਰ ਦੇਖਣ ਕੈ ਤਾਈ। ਅਕਾਲ ਪੁਰਖ ਵਾਹਿਗੁਰੂ
जिन्हें सानू तुहानू सब चार चपेरे जो दिसता अनदिसता सब सिरजिया है, सिरजनहार है, उस सिरजनहार प्रभु की आभा नू, उस करतार की आभा नू असी मान सकीए। एटलीस्ट साडी कॉन्शियस बारे अवेयर होए कि सानू क्रिएट करने वाला क्रिएटर वो कौन है, उहदे नाल साडी की सांझ आ। ये दर्शन, ये दीदार, ये अंडरस्टैंडिंग, ये समझ, ये सूहज बंदे इतनी चेतना होए, इस बाबत गुरु महाराज ने बाणी च वार वार बयान किया है। ये भी शब्द इसे परथाए है, ये अकाल पुरख वाहिगुरू तेरे दीदार पाण दी तांग है। तो मैं बड़ी डिटेल डिस्कशन की सी। दीदार किसी खास ह्यूमन फॉर्म च नहीं हैगे, किसी खास ईवन किसी भी फॉर्म च नहीं हैगे। दैट इज़ वो ऐसा रूप आ जिहड़ा बंदा एक्सपीरियंस करता, जिहड़ा एहसास दा आ बंदा। जिवें भाई वीर सिंह जी दी असीं जगत प्रसिद्ध नज़म पढ़ते हाँ, सुपने विच तुसीं मिले असां नूं, असां धा गलवकड़ी पाई। मैनूं सुपना आया, मेरी सांझ बन गई तुहाडे नाल, मैं धा के भज के गलवकड़ी पा ली, मतलब अपने कलावे च लै लिया, हग किया। तो फिर सोचिया ये भाई वीर सिंह जी, जिन्हों तुसी कलावे च लिया, तुहाडीआं बाहां ने जिन्हों समेट लिया अपने विच, कोई फॉर्म होएगी, ह्यूमन फॉर्म ही होएगी मिस्टली, क्योंकि उसनों ही बंदा जिहड़ा इस तरीके दे नाल कलावे च लै सकदा आ। पर जिवें उन्हें अगली सतर कही, बिल्कुल गुरमत दा स्कूल क्लीयर हो गया। सुपने विच तुसी मिले मसां नूं असां धा गलवकड़ी पाई, निरा नूर तुसी हथ ना आए, साडी कंबदी रही कलाई। तू नूर रूप आ, जिन्हों कहना अव्वल अल्लाह नूर उपाया, नूर दी उपजा सारी है। तो कुदरत के सब बंदे, सब रूप जिहड़े पाबंद होए ने, कुदरत उसे नूर दा ही असल च लश्कारा आ। सो उस नूर नूं मैं एहसास सकां, मैनू ह्यूमन फॉर्म दिसे, मैनू डिफरेंट क्रीचर जिहड़े हैगे रूप स्वरूप दिसन, सब चीज़ां नज़रे आब होण, पर इन्हां सब दे पिछे बैठा अरूप भी एहसासे महसूस होए। जितना रस, रूप, सुगंध, जो कुछ भी है, मतलब मोस्टली तो यही एक्सपीरियंस करते ना। वी कैन टच, वी कैन सी, वी कैन टेस्ट, वी कैन हियर, दोज आर द एक्चुअली सेंसेस वी हैव। बट वट एवर वी आर एक्सपीरियंसिंग बाय दीज सेंसेस, what is the behind all of these actually ਜਿਹੜੇ ਐਲੀਮੈਂਟਸ ਹੈਗੇ ਨੇ ਇਹਨਾਂ ਦੇ ਪਿੱਛੇ। ਜਦੋਂ ਬੰਦੇ ਦੀ ਤਾਂਗ ਹੋਏ ਕਿ ਮੈਂ ਉਹਨੂੰ ਵੀ ਵੇਖਾਂ, ਮੈਂ ਉਹਨੂੰ ਵੀ ਐਕਚੁਅਲੀ ਫੀਲ ਤੇ ਕਰਾਂ। ਗੁਰੂ ਰਾਮਦਾਸ ਸਾਹਿਬ ਉਹਦੀ ਬਾਤ ਕਰਦੇ, ਦਰਸ਼ਨ ਹਰ ਦੇਖਣ ਕੈ ਤਾਈ, ਮੈਂ ਉਹਦੇ ਦਰਸ਼ਨ ਚਾਹੁੰਦਾ ਆ। ਆਈ ਰੀਅਲੀ ਵਾਂਟ ਟੂ ਇੰਜੋਏ ਦ ਪ੍ਰੈਜ਼ੈਂਸ ਆਫ ਦੈਟ ਆਲਮਾਈਟੀ ਵਾਹਿਗੁਰੂ ਜੀ। ਫਿਰ ਕਿਆ ਕਿਰਪਾ ਕਰੇ ਤਾਂ ਸਤਿਗੁਰ ਮਿਲੈ। ਇਹਦੇ ਵਾਸਤੇ ਕੋਈ ਹੋਰ ਸੋਰਸ ਨਹੀਂ ਗਾ, ਇਹ ਕਰਤਾਰ ਤੂੰ ਹੀ ਸੋਰਸ ਹੈ ਮੇਰੇ ਵਾਸਤੇ। ਤੂੰ ਤਰਸ ਦੇ ਘਰ ਵਿੱਚ ਆਏਗਾ, ਕਿਰਪਾ ਕਰੇਗਾ। ਤੇ ਇਹ ਜਿਹੜੀ ਕਿਰਪਾ ਦਾ ਮਾਇਨਾ ਐਕਚੁਅਲ ਲੈਵਲ ਤੇ ਇਟਸ ਕਾਈਂਡ ਆਫ ਕਰਟਸੀ ਹੈ, ਜਿਹੜੀ ਰੱਬ ਜੀ ਸਾਡੀ ਸੁਰਤ ਵਿੱਚ ਸਾਨੂੰ ਉਸ ਤਰੀਕੇ ਨਾਲ ਨਵਾਜ਼ਦਾ ਆ। ਇਹ ਗ੍ਰੇਸ ਆ ਉਹਦੀ। ਸਭ ਕਹਿੰਦੇ ਜੇ ਤੂੰ ਤਰਸ ਕਰੇਗਾ ਸਤਿਗੁਰ ਮਿਲਣਾ, ਮੇਰੀ ਸਾਂਝ ਮੇਰੇ ਸਤਿਗੁਰੂ ਨਾਲ ਹੋਏਗੀ। ਹੁਣ ਸਤਿਗੁਰੂ is the source of wisdom. Satguru is the source of that energy which can lead us toward our spiritual journey. So kya kirpa kare ta Satguru milna, har har naam te aayi, so that I can enjoy har har naam te aayi. Hari da naam, meditation, chanting, spiritual activities, exercises, whatever we can actually claim in that side. But ਇਹ ਹੋਏਗਾ ਉਦੋਂ ਜਦੋਂ ਸਤਿਗੁਰੂ ਮੇਰੀ ਸਾਂਝ ਪਾਏਗਾ ਮੇਰੇ ਨਾਲ। ਸੋ ਇੱਥੋਂ ਤੱਕ ਇਹ ਬਚਨ ਰਹਾਓ ਦਾ ਬੰਦ ਆ। ਹੁਣ ਆਪਾਂ ਜਿਸ ਬਚਨ ਤੋਂ ਅੱਜ ਵਿਚਾਰ ਪ੍ਰਾਰੰਭ ਕਰ ਰਹੇ ਹਾਂ ਉਹ ਹੈਗਾ ਆ, ਜੇ ਗੁਰ ਝਿੜਕੇ ਤਾਂ ਮੀਠਾ ਲੱਗੈ, ਜੇ ਬਖਸ਼ੇ ਤਾਂ ਗੁਰ ਵਡਿਆਈ। ਜੇ ਗੁਰ ਝਿੜਕੇ, ਹੁਣ ਝਿੜਕ ਅਸੀਂ ਸਾਨੂੰ ਪਰਿਵਾਰਾਂ ਦੇ ਵਿੱਚ ਪਤਾ ਹੈ ਝਿੜਕਣਾ ਕੀ ਹੁੰਦਾ ਆ। whenever we do anything which is inappropriate or some kind of naughtiness, especially when we are in the age of in childhood period, and that time parents our actually ਜਿਹੜੇ ਸਾਡੇ
ਕੇਅਰ ਟੇਕਰਸ ਹੁੰਦੇ ਨੇ, ਦੇ ਗਿਵ ਅਸ ਸਮ ਕਾਈਂਡ ਆਫ ਜਿਹੜਾ ਹੈਗਾ ਹਾਰਡ ਟਾਈਮ। ਉਹ ਇਹ ਵੀ ਹੋ ਸਕਦਾ ਕਿ ਜਸਟ ਦੇ ਗਿਵ ਅਸ ਜਸਟ ਜਿਹੜਾ ਹੈਗਾ ਬੜਾ ਇਸ ਤਰੀਕੇ ਦੇ ਨਾਲ ਅੱਖਾਂ ਨਾਲ ਘੂਰ ਕੇ ਵੇਖਣਾ, ਜਾਂ ਕਈ ਵਾਰ ਇਹ ਹੋਏਗਾ ਕਿ ਉਹ ਥੋੜ੍ਹਾ ਬੋਲਣਗੇ ਸਾਨੂੰ, ਉਹ ਥੋੜ੍ਹਾ ਬਹੁਤਾ ਜਿਹੜਾ ਹੈਗਾ ਆ ਦੇ ਆਰ ਨੋਟ ਓਨਲੀ ਸਟੇਅਰਿੰਗ, ਦੇ ਵਿਲ ਐਕਚੁਅਲੀ ਸੇ ਸਮ ਕਾਈਂਡ ਆਫ ਵਰਡਸ। ਕਈ ਵਾਰ ਇਹ ਵੀ ਹੋਏਗਾ ਕਿ ਉਹ ਥੋੜ੍ਹਾ ਸਾਨੂੰ ਕੌਨਸੀਕੁਐਂਸਿਸ ਦੇਣ, ਪਨਿਸ਼ ਕਰਨ ਕਿਸੇ ਤਰੀਕੇ ਦੇ ਨਾਲ। ਅਤੇ ਇਹ ਝਿੜਕਦੀਆਂ ਇਹ ਫਾਰਮ 'ਚ ਨੇ ਸਾਰੇ ਦੀਆਂ ਸਾਰੀਆਂ। ਜਦੋਂ ਦੁਨੀਆਦਾਰੀ 'ਚ ਅਸੀਂ ਦੇਖਦੇ ਹਾਂ, ਸਾਨੂੰ ਝਿੜਕ ਦੀ ਫਾਰਮ ਜਿਹੜੀ ਸਭ ਤੋਂ ਵੱਡੀ ਪਤਾ ਲੱਗਦਾ ਕਿ ਜਦੋਂ ਅਸੀਂ ਕੋਈ ਐਕਟ ਕਰਦੇ ਹਾਂ ਕਿਸੇ ਕਿਸਮ ਦਾ, ਅਤੇ ਉਹ ਠੀਕ ਨਹੀਂ ਹੁੰਦਾ, ਉਹ ਸਹੀ ਨਹੀਂ ਹੁੰਦਾ ਐਥੀਕਲੀ, ਪ੍ਰਿੰਸੀਪਲੀ, ਹਿਊਮੈਨਿਟੇਰੀਅਨ ਗਰਾਊਂਡ 'ਤੇ, ਕਿਸੇ ਲੈਵਲ 'ਤੇ ਵੀ ਉਹਦੇ ਫਿਰ ਕੌਨਸੀਕੁਐਂਸਿਸ ਆਉਂਦੇ ਨੇ। ਅਤੇ ਕੌਨਸੀਕੁਐਂਸਿਸ ਜਿਹੜੇ ਨੇ ਉਹ ਫਿਰ ਬੰਦਾ ਕਈ ਵਾਰੀ ਅਕਸਰ ਸੀ, ਵੈਸੇ ਤਾਂ ਸਾਡਾ ਮਾਇੰਡ ਜਿਹੜਾ ਆ ਉਹ ਕਦੀ ਬਲੇਮ ਨਹੀਂ ਲੈਂਦਾ, ਉਹ ਤਾਂ ਐਕਸਕਿਊਜ਼ ਬਣਾਉਂਦਾ ਆ। ਕੋਈ ਵੀ ਚੀਜ਼ ਹੋ ਜਾਏ, ਬੰਦਾ ਸਿੰਪਲ ਹੈ, ਰੋਡ 'ਤੇ ਸਪੀਡ ਲੱਗੀ 60 ਦੀ, 90 'ਤੇ ਗੱਡੀ ਡਰਾਈਵ ਕਰਦਾ ਆ, ਜਿਹੜਾ ਹੈਗਾ ਪੁਲਿਸ ਆਫਿਸਰ ਉਹਨੂੰ ਰੋਕ ਕੇ ਟਿਕਟ ਦੇ ਦਿੰਦਾ ਆ, ਅਤੇ ਬੰਦਾ ਉਹਦੇ ਵਿੱਚ ਵੀ ਐਕਸਕਿਊਜ਼ ਬਣਾਉਂਦਾ ਵੀ ਉਹ ਨਾ ਐਕਚੁਅਲੀ ਮੈਂ ਥੋੜ੍ਹਾ ਪਰੇਸ਼ਾਨ ਸੀਗਾ, ਮੈਂ ਦੇਖਿਆ ਨਹੀਂ ਗਾ, ਮੈਂ ਗੱਡੀ ਦਾ ਐਕਸੀਲੇਟ ਕਰ ਦਿੱਤੀ, ਜਾਂ ਮੈਂ ਕਿਤੇ ਜਲਦੀ 'ਚ ਜਾਣਾ ਸੀਗਾ। ਐਨੀ ਕਾਈਂਡ ਆਫ ਐਕਸਕਿਊਜ਼ ਦੈਟ ਪਰਸਨ ਕੈਨ ਮੇਕ, ਪਰ ਇਨ ਰਿਐਲਿਟੀ ਬਿਲਕੁਲ ਸਾਫ਼ ਜਦੋਂ ਲਾਇਸੈਂਸ ਲਿਆ ਆ, ਦੱਸਿਆ ਗਿਆ ਆ ਕਿ ਇਟਸ ਏ ਪ੍ਰਿਵਿਲੇਜ, ਯੂ ਕੈਨ ਇੰਜੋਏ ਇਟ, ਬਟ ਇਹਦੇ ਨਾਲ ਫੀਸ ਇਹਦੀ ਇਹ ਹੈ ਕਿ ਲਾਅ ਐਨਫੋਰਸਮੈਂਟ ਜਿਹੜੀ ਹੈਗੀ, ਜਿਨ੍ਹਾਂ ਨੇ ਉਹਨਾਂ ਨੇ ਸਾਰਾ ਬਣਾਇਆ ਹੈਗਾ, ਉਹਨਾਂ ਦੇ ਉਸ ਰੂਲਸ ਨੂੰ ਫੋਲੋ ਕਰਨਾ ਹੈਗਾ। ਹੁਣ ਬੰਦਾ ਸਿੱਧੇ ਤੌਰ 'ਤੇ ਰੂਲ ਤੋੜ ਰਿਹਾ, ਅਤੇ ਰੂਲ ਤੋੜ ਕੇ ਫਿਰ ਕੰਪਲੇਂਟ ਕਰੇ ਵੀ ਓਹੋ ਦੈਟਸ ਨਾਟ ਗੁੱਡ, ਹੈ ਨਾ, ਇਹ ਤਾਂ ਚੀਜ਼ ਠੀਕ ਨਹੀਂ ਹੋਈ, ਇਹ ਤਾਂ ਚੀਜ਼ ਵਧੀਆ ਨਹੀਂ ਹੋਈ। ਪਰ ਇੱਕ ਲੈਵਲ 'ਤੇ ਅੰਡਰਸਟੈਂਡਿੰਗ ਬੰਦੇ ਦੀ ਆ ਜਾਏ, ਬੰਦੇ ਨੂੰ ਪਤਾ ਲੱਗੇ ਹਾਂ ਦੇ ਆਰ ਡੂਇੰਗ ਦੇਅਰ ਐਕਚੁਅਲੀ ਰੀਅਲੀ ਦੇਅਰ ਜੋਬ ਪ੍ਰੋਪਰਲੀ। ਅਦਰਵਾਈਜ਼ ਹੋ ਸਕਦਾ ਮੈਂ ਅੱਜ 60 ਦੀ ਥਾਂ 'ਤੇ 90 'ਤੇ ਚਲਾ ਰਿਹਾ ਵਾਂ, ਕੱਲ੍ਹ ਨੂੰ ਕਿਤੇ 90 ਹੋਏਗਾ, ਉੱਥੇ ਹੋਰ ਹੋ ਸਕਦਾ ਮੈਂ 200 ਤੇ 150 'ਤੇ ਚਲਾਵਾਂਗਾ, ਐਕਸੀਡੈਂਟ ਕੋਈ ਕਿਤੇ ਰੀਜ਼ਨ ਹੋ ਗਿਆ, ਮੇਰੀ ਡੈਥ ਹੋ ਸਕਦੀ, ਕਿਸੇ ਦੀ ਮੌਤ ਹੋ ਸਕਦੀ ਹੈ। ਇਹ ਐਕਚੁਅਲੀ ਮੇਰੇ ਵਾਸਤੇ ਇੱਕ ਲੈਸਨ ਆ। ਤੁਸੀਂ ਰੀਸੈਂਟਲੀ ਕਿੰਨੇ ਪੰਜਾਬੀ ਬੱਚਿਆਂ ਦੀਆਂ ਕੈਲਗਰੀਜ਼ ਦੇ 'ਚ ਜਾਂ ਹੋਰ ਜਗ੍ਹਾ 'ਤੇ ਡੈਥਸ ਦੇਖੀਆਂ ਸਪੀਡਿੰਗ ਕਰਕੇ। ਹੁਣ ਇਹ ਸਭ ਚੀਜ਼ਾਂ ਕਿਸ ਨੂੰ ਸਮਝ ਆਉਣਗੀਆਂ? ਜਿਹਨੂੰ ਕੁਝ ਵਾਈਜ਼ਰ ਲੈਵਲ 'ਤੇ ਗੁਰੂ ਮਹਾਰਾਜ ਕੋ ਬਲੈਸਿੰਗ ਕਰੇ ਅੰਦਰ ਦੀ ਸੋਝੀ ਦੇ ਵਿੱਚ। ਇੱਥੇ ਸਾਹਿਬ ਗੁਰੂ ਰਾਮਦਾਸ ਸਾਹਿਬ ਕਹਿੰਦੇ ਜੀਵਨ ਵਿੱਚ ਗਲਤੀਆਂ ਤਾਂ ਹੋਣਗੀਆਂ, ਗੁਸਤਾਖੀਆਂ ਤਾਂ ਹੋਣਗੀਆਂ, ਐਰਰਸ ਆਰ ਦਾ ਪਾਰਟ ਆਫ ਹਿਊਮਨ ਲਾਈਫ, ਬਟ ਜਦੋਂ ਕੋਈ ਐਰਰਸ ਹੋਇਆ ਕਿਸੇ ਕਿਸਮ ਦਾ, ਉਹਦੇ ਫਿਰ ਮੁੜ ਕੇ ਕੌਨਸੀਕੁਐਂਸਿਸ ਫੇਸ ਕਰਨੇ ਪੈ ਗਏ, ਅਤੇ ਬੰਦਾ ਫਿਰ ਕੰਪਲੇਨਰ ਨਹੀਂ ਗਾ ਉੱਥੇ। ਉਹ ਕਹਿੰਦਾ ਕੋਈ ਗੱਲ ਨਹੀਂ, ਇਹ ਵੀ ਸ਼ੁਕਰ ਹੀ ਹੈ, ਦਾਤੇ ਨੇ ਸੂਲੀ ਦੀ ਸੂਲ ਬਣਾ ਦਿੱਤੀ ਹੈ। ਅਸਲ ਦੇ ਵਿੱਚ ਉਹਨੇ ਇੱਕ ਵੱਡੇ ਅਲਾਮਤ ਨੂੰ ਛੋਟੇ ਰੂਪ ਵਿੱਚ ਲੈ ਆਂਦਾ ਮੇਰੇ ਸਾਹਮਣੇ। ਜੇ ਗੁਰ ਝਿੜਕੈ ਤਾਂ ਮਿੱਠਾ ਲੱਗੈ, ਮੈਨੂੰ ਮਿੱਠਾ ਲੱਗਦਾ, ਮੈਨੂੰ ਚੰਗਾ ਲੱਗਦਾ। ਮੇਰੇ ਬੜੇ ਸਨੇਹੀ ਸੱਜਣ ਪਰਿਵਾਰ ਹੈਗਾ, ਅਤੇ ਬੱਚੇ ਨੇ ਨਵਾਂ ਡਰਾਈਵਿੰਗ ਲਾਇਸੈਂਸ ਲਿਆ, ਅਤੇ ਵਿੰਟਰ ਦੇ ਵਿੱਚ ਮੈਂ ਕਈ ਵਾਰ ਹੁਣ ਸੋਚਦਾ ਬੱਚਿਆਂ ਦਾ, ਐਕਚੁਅਲੀ ਕੈਨੇਡਾ ਵਿੱਚ ਜਾਂ ਨਾਰਥ ਅਮੈਰੀਕਨ ਸਾਰੇ ਸਾਈਡ 'ਤੇ ਬੈਲਟ ਵਿੱਚ ਜਿਹੜਾ ਯੰਗ ਬੱਚਿਆਂ ਦਾ ਡਰਾਈਵਿੰਗ ਜਿਹੜਾ ਸਿੱਖਣ ਦਾ ਜਾਂ ਡਰਾਈਵਿੰਗ ਲਾਇਸੈਂਸ ਲੈਣ ਦਾ ਜਿਹੜਾ ਬੈਸਟ ਟਾਈਮ ਹੈਗਾ, ਉਹ ਹੈਗਾ ਫਾਲ, ਤਾਂ ਕਿ ਫਾਲ ਦੇ ਇੱਕਦਮ ਲੰਘਦਿਆਂ ਵਿੰਟਰ ਉਹ ਪਹਿਲੀ ਪੈਂਦੇ ਨਾਲ ਹੀ ਉਹ ਫੇਸ ਕਰ ਸਕਣ। ਡਰਾਈਵਿੰਗ ਹੈਬਿਟਸ ਉਹਦੇ ਤੋਂ ਹੀ ਸੈੱਟ ਹੋਣ। ਜੇ ਕਿਤੇ ਵੈਨ ਐਕਚੁਅਲੀ winter is actually passing by, and that time someone is getting license, and after that there is actually big season of summer. ਹੋ ਸਕਦਾ ਯੂਜ਼ ਟੂ ਇਹੋ ਜਿਹਾ ਹੋ ਜਾਏ ਵੀ ਗੱਸ ਐਵੇਂ ਹੀ ਰਹਿਣਾ ਵੈਦਰ, ਉਹਨੂੰ ਪਤਾ ਹੀ ਨਹੀਂ ਗਾ ਕਿ ਜਿਹੜੇ ਟਾਇਰਸ ਨੇ ਸਲਿੱਪ ਕਿੱਦਾਂ ਕਰਦੇ ਨੇ, ਗੱਡੀ ਸਕਿੱਡ ਕਿੱਦਾਂ ਕਰਦੀ ਹੈਗੀ ਹੈ, ਸਾਰਾ ਕੁਛ। ਖੈਰ ਜਿਹੜੀ ਬੇਨਤੀ ਕਰ ਰਿਹਾ ਸੀਗਾ ਕਿ ਉਹ ਬੱਚੇ ਨੇ ਫਾਲ ਸੀਜ਼ਨ ਦੇ 'ਚ ਲਾਇਸੈਂਸ ਲਿਆ, ਵਿੰਟਰ ਸੀਜ਼ਨ ਬਿਲਕੁਲ ਸਾਹਮਣੇ ਸੀਗਾ, ਅਤੇ ਆਲਮੋਸਟ ਜਿਵੇਂ ਹੀ ਉਹ ਮੇਰੇ ਖਿਆਲ 'ਚ ਹਫ਼ਤਾ ਕੀ ਹੋਇਆ ਉਹਨੂੰ ਆਪਣੀ ਜਿਹੜਾ ਡਰਾਈਵਿੰਗ ਕਰਦੇ ਨੂੰ, ਅਤੇ ਪਰਿਵਾਰ ਨੇ ਨਵੀਂ ਗੱਡੀ ਲੈ ਕੇ ਦਿੱਤੀ ਸ਼ੌਂਕ ਕਰਕੇ, ਖੁਸ਼ੀ ਕਰਕੇ। ਅਤੇ ਆਪਣੇ ਘਰ ਤੋਂ ਹੀ ਗੱਡੀ ਕੱਢੀ, ਸਾਹਮਣੇ ਟੀ ਪੁਆਇੰਟ ਸੀਗਾ, ਅਤੇ ਉੱਤੋਂ ਗੱਡੀ ਇਸ ਤਰੀਕੇ ਨਾਲ ਟਰਨ ਕਰਕੇ ਮੁੜਦੀ ਸੀ ਸਾਈਡ ਨੂੰ, ਅਤੇ ਅਜੇ ਗੱਡੀ ਸਿੱਧੀ ਘਰੋਂ ਗੱਡੀ ਰੋਡ 'ਤੇ ਪਾਈ। ਪਹਿਲੀ ਸਨੋ ਸੀਜ਼ਨ ਦੀ ਪਈ ਸੀਗੀ, ਦੇਰ ਵਾਜ਼ਨਟ ਐਨੀ ਸਨੋ ਟਾਇਰਸ। ਉਹਨੇ ਗੱਡੀ ਥੋੜ੍ਹੀ ਜ਼ਿਆਦਾ, ਜਿਵੇਂ ਰੋਜ਼ ਐਕਸੀਲੇਟ ਕਰਦਾ ਸੀ ਉਵੇਂ ਕਰਕੇ ਉੱਥੋਂ ਕੱਢਣ ਦੀ ਟਰਾਈ ਕੀਤੀ, ਗੱਡੀ ਸਕਿੱਡ ਕਰ ਗਈ, ਸਿੱਧੀ ਜਾ ਕੇ ਕਰਬ ਵਿੱਚ ਵੱਜੀ। ਨਾਈਟ ਰਾਈਟ ਵੀ ਟਾਇਰ ਫਲਾਈਟ ਹੋ ਗਿਆ, ਕੁਛ ਹੋਰ ਚੀਜ਼ਾਂ ਟੁੱਟ ਗਈਆਂ ਇਸ ਤਰੀਕੇ ਨਾਲ। ਉਹਨੂੰ ਵੀ ਬੜਾ ਵੱਡਾ ਸ਼ੌਕ ਲੱਗਾ, ਅਤੇ
He was literally crying and coming out of car and totally in shock. खैर मैनू कॉल आई, मैनू कहने लगे भी भाई साहब आ गल हो गई, बड़ा पता नहीं की असल की गुनाह हो गया है, रब ने किहो जिहा समा विखा दिता. Those kind of talk they were doing with me. And when I was listening their whole talk, I was smiling. Even literally I was laughing. ਉਹ ਕਹਿੰਦੇ ਭਾਈ ਸਾਹਿਬ ਕੀ ਕਰ ਰਹੇ ਹੋ? ਮੈਂ ਕਿਹਾ ਇਟਸ ਬੈਸਟ ਸਿਨੈਰੀਓ, ਇਸ ਤੋਂ ਵਧੀਆ ਚੀਜ਼ ਕੀ ਹੋ ਸਕਦੀ ਹੈ? ਤੁਹਾਨੂੰ ਬਲਕਿ ਖੁਸ਼ੀ ਹੋਣੀ ਚਾਹੀਦੀ ਵੀ ਆ ਤੇ ਵਧੀਆ ਹੋ ਗਿਆ. ਉਹ ਕਹਿੰਦੇ ਵਧੀਆ ਕਿੱਦਾਂ ਹੋ ਗਿਆ? ਨਵੀਂ ਕਾਰ ਟੁੱਟ ਗਈ. ਮੈਂ ਕਿਹਾ ਨਥਿੰਗ, ਕੁਛ ਵੀ ਨਹੀਂ ਹੈਗਾ. ਜਿਹੜਾ ਇਹਨੂੰ ਲੈਸਨ ਮਿਲਿਆ ਆ ਤੁਸੀਂ ਕਦੀ ਨਹੀਂ ਸੀ ਦੇ ਸਕਦੇ. ਕਾਰ ਬਣ ਜਾਏਗੀ, ਸਭ ਕੁਝ ਠੀਕ ਹੋ ਜਾਏਗਾ, ਪਰ ਇਸ ਤੋਂ ਬਾਅਦ ਜਿਹੜਾ ਐਕਸਪੀਰੀਅੰਸ ਰਹਿਣਾ, ਲੰਬੇ ਸਮੇਂ ਤੱਕ ਅਹਿਸਾਸ ਰਹੇਗਾ. ਜਦੋਂ ਰੋਡ ਸਲਿਪਰੀ ਹੈ, ਜਦੋਂ ਰੋਡ ਦੇ ਉੱਤੇ ਟਾਇਰਾਂ ਦਾ ਗ੍ਰਿਪ ਘਟਿਆ, ਦੈਨ ਪ੍ਰੀਕਾਸ਼ਨਸ ਕਿੰਨੇ ਲੈਣੇ ਚਾਹੀਦੇ ਨੇ. ਹੁਣ ਇਹ ਜਿਹੜੀ ਚੀਜ਼ ਆ, ਇਹ ਚਲੋ ਬੱਚੇ ਨੂੰ ਤੇ ਸਮਝ ਨਹੀਂ, ਤੁਹਾਨੂੰ ਤੇ ਸਮਝ, ਤੁਹਾਨੂੰ ਤੇ ਮਿੱਠੀ ਲੱਗਣੀ ਚਾਹੀਦੀ ਹੈ. ਯੂ ਸ਼ੁੱਡ ਬੀ ਵੈਰੀ ਥੈਂਕਫੁਲ ਟੂਡ ਵਾਹਿਗੁਰੂ ਜੀ ਵੀ ਆਹ ਚੰਗਾ ਹੋਇਆ. ਇਹ ਛੋਟੇ ਜਿਹੀ ਚੀਜ਼ ਦੇ ਨਾਲ, ਇਨਸੀਡੈਂਟ ਨਾਲ ਇੱਕ ਵੱਡੀ ਬਲਾ ਟਲ ਗਈ. ਜੇ ਕਿਤੇ ਗੱਡੀ ਉਦੋਂ ਜਿਹੜਾ ਹੈ ਕਰਵ ਤੋਂ ਇੰਨੀ ਸਪੀਡ ਨਾਲ ਇਹਨੇ ਮੋੜੀ, ਜੇ ਸਹੀ ਮੁੜ ਜਾਂਦੀ ਉਦੋਂ ਇੱਕ ਵਾਰ, ਤੇ ਕਿਤੇ ਤਰੀਕੇ ਨਾਲ ਗੱਡੀ ਉੱਥੋਂ ਕੰਟਰੋਲ ਕਰ ਜਾਂਦਾ, ਇਹਦਾ ਫੇਕ ਕੌਨਫੀਡੈਂਸ ਲੈਵਲ ਪਤਾ ਕਿੱਥੇ ਆ ਜਾਣਾ ਸੀਗਾ. ਇਹਨੇ ਕਹਿਣਾ ਸੀ ਨੋਟ ਅ ਬਿਗ ਡੀਲ, I know how to handle actually cars in slippery roads. I'm able to do that. ਹੁਣ ਆ ਜਿਹੜੀ ਚੀਜ਼ ਆ, ਇੰਨੀ ਕੁ ਅਲਾਮਤ ਬਣਨੀ ਸੀ ਆਉਂਦੇ ਸਮੇਂ 'ਚ, ਜਿਹੜੀ ਹੁਣ ਇੱਕ ਪੋਜ਼ਿਟਿਵ ਵੇ ਨਾਲ ਆ ਗਈ ਹੈ. ਸੋ ਇਹ ਹੈ ਜਦੋਂ ਬੰਦੇ ਨੂੰ ਵਿਜ਼ਨਰੀ ਹੋ ਜਾਏ ਬੰਦਾ, ਧਰਤੀ ਦੇ ਉੱਤੇ ਹਾਲਾਤ ਜਿਹੜੇ ਨੇ ਇਹ ਬਦਲਦੇ ਨੇ. ਬਦਲਦੇ ਹਾਲਾਤਾਂ ਨੂੰ ਤੁਸੀਂ ਕਿਵੇਂ ਪਰਸੀਵ ਕਰਨਾ ਆ. ਗੁਰੂ ਬਾਬਾ ਜੀ ਕਹਿੰਦੇ ਜੇ ਗੁਰ ਝਿੜਕੇ ਤਾਂ ਮਿੱਠਾ ਲੱਗ ਗਿਆ. ਹੁਣ ਮੈਨੂੰ ਮਿੱਠਾ ਲੱਗ ਰਿਹਾ, ਮੈਨੂੰ ਉਹਦੇ ਸਹੀ ਰੀਜ਼ਨ ਲੱਭ ਰਹੇ ਨੇ, ਸਹੀ ਤਰੀਕੇ ਨਾਲ ਸਮਝ ਆ ਰਹੀ ਹੈ. ਜੇ ਬਖਸ਼ੇ ਤਾਂ ਗੁਰ ਵਡਿਆਈ. ਕਈ ਵਾਰ ਵੀ ਹੁੰਦਾ ਆ, ਬੰਦਾ ਕੋਈ ਐਰਰ ਕਰਦਾ, ਮਿਸਟੇਕ ਕਰਦਾ, ਤੇ ਬਾਏ ਚਾਂਸ ਨਾ ਉਹ ਪਰਿਵਾਰ ਦੀ ਆਖੇ 'ਚ ਆਉਂਦਾ ਆ, ਨਾ ਸਮਾਜ ਦੀ ਆਖੇ 'ਚ ਆਉਂਦਾ ਆ, ਨਾ ਉਹ ਕਿਤੇ ਲੀਗਲ ਸਿਸਟਮ ਦੀ ਆਖੇ 'ਚ ਆਉਂਦਾ. ਬੰਦੇ ਨੂੰ ਅਹਿਸਾਸ ਹੁੰਦਾ, ਪਰ ਫਿਰ ਵੀ ਕਿਤੇ ਨਾ ਕਿਤੇ ਐਸਾ ਹੁੰਦਾ ਹੈ ਕਿ ਇੱਕ ਲੈਵਲ 'ਤੇ ਜਾ ਕੇ ਬੰਦਾ ਕਈ ਵਾਰੀ ਸੁਣਦਾ ਪਿਆ, ਆਮ ਵੈਰੀ ਸਮਾਰਟੀ ਪਰਸਨ, ਆਮ ਵੈਰੀ ਸਮਾਰਟ ਪਰਸਨ, ਆਈ ਕੈਨ ਮੈਨੀਪੂਲੇਟ ਵਿਦ ਥਿੰਗਸ. ਹਕੀਕਤ ਇਹ ਹੈ, ਜੇ ਕਿਤੇ ਕਰਤਾਰ ਦੀ ਕੁਦਰਤ ਨੇ ਤੇਰਾ ਪਰਦਾ ਪਾ ਕੇ ਰੱਖਿਆ ਨਾ, ਇਹ ਵੀ ਉਹਦਾ ਤਰਸ ਹੈ, ਇਹ ਵੀ ਉਹਦੀ ਨਵਾਜ਼ਿਸ਼ ਆ. ਇਸ ਕਰਕੇ ਉਹਦਾ ਸ਼ੁਕਰਗੁਜ਼ਾਰ ਹੋ, ਉਹਦੀ ਸ਼ੁਕਰਗੁਜ਼ਾਰੀਅਤ ਕਰ. ਇਹਨੂੰ ਸਰਲ ਐਗਜ਼ਾਮਪਲ ਕਰ ਦਿੰਦਾ ਵਾਂ ਫਿਰ ਦੁਬਾਰਾ, ਕਿਉਂਕਿ ਬਚਨੇ ਹੈ. ਜੇ ਬਖਸ਼ੇ ਤਾਂ ਗੁਰ ਵਡਿਆਈ. ਤੁਸੀਂ ਇੰਡੀਆ ਜੇ ਕਿਤੇ ਥੋੜ੍ਹਾ ਬਹੁਤਾ ਜ਼ਮੀਨੀ ਉਸ ਹਾਲਾਤਾਂ ਨਾਲ ਵਾਕਿਫ ਹੋਵੋ, ਅਤੇ ਜਿਹੜੇ ਉੱਥੇ ਜ਼ਮੀਨਾਂ ਉਹਨਾਂ ਦੀ ਮਪਾਇਸ਼ ਅੰਗਰੇਜ਼ਾਂ ਨੇ ਕਰਕੇ ਆਪਣੇ ਟਾਈਮ ਦੇ ਵਿੱਚ 2 ਤਰ੍ਹਾਂ ਦੇ ਮਾਈਲ ਸਟੋਨਸ ਲਗਾਏ ਸੀਗੇ, ਜਿਹੜੇ ਪੱਥਰ ਕਹਿ ਲਵੋ. ਉਹ ਸੀਗੇ ਇੱਕ ਤਾਂ ਲਾਲ ਰੰਗ ਦੇ, ਦੂਸਰੇ ਸੀਗੇ ਚਿੱਟੇ ਰੰਗ ਦੇ. ਉਹ ਘੜੀਆਂ ਹੋਈਆਂ ਬੁਰਜੀਆਂ ਸੀਗੀਆਂ ਇਸ ਤਰੀਕੇ ਦੀਆਂ, ਐਕਚੁਅਲੀ ਵੈਰੀ ਐਕਚੁਅਲੀ ਲੌਂਗ ਪੀਸ ਆਫ ਸਟੋਨਸ. ਅਤੇ ਉਹ ਜਿਹੜੇ ਪੀਸਿਸ ਆਫ ਸਟੋਨ ਸੀਗੇ, ਉਹ ਇੱਕ 25-25 ਏਕੜ 'ਤੇ ਲਗਾਏ ਸੀ, ਇੱਕ ਮਰੱਬੇ ਦੇ ਉੱਤੇ, ਅਤੇ ਦੂਸਰੇ ਲਗਾਏ ਸੀਗੇ ਪਿੰਡਾਂ ਦੀਆਂ ਸੀਮ ਦੇ ਉੱਤੇ, ਜਿੱਥੇ ਕੋਈ ਪਿੰਡ ਦੀ ਸੀਮ ਖਤਮ ਹੁੰਦੀ ਸੀ. ਇਸ ਜਿਹੜਾ ਹੈਗਾ, ਇਸ ਪਿੰਡ ਦੇ ਹੀ ਇੱਥੇ ਜਿਹੜੀ ਹੈਗੀ ਹੈ ਬਾਊਂਡਰੀ ਆ ਗਈ ਹੈ, ਦੂਸਰੇ ਪਿੰਡ ਦੀ ਬਾਊਂਡਰੀ ਸ਼ੁਰੂ ਹੋਣ ਲੱਗੀ, ਸੈਂਟਰ 'ਚ ਲਗਾ ਦੇਣਾ ਇਸ ਤਰੀਕੇ ਨਾਲ. ਸਾਰਾ ਬ੍ਰਿਟਿਸ਼ ਸਕਾਟਿਸ਼ ਇੰਜੀਨੀਅਰਸ ਦਾ ਕੰਮ ਸੀਗਾ ਇਹ. ਸਭ ਤੋਂ ਪਹਿਲਾਂ ਬ੍ਰਿਟਿਸ਼ ਨੇ ਕੰਮ ਕੀਤਾ, ਸਾਰੀ ਜ਼ਮੀਨ ਮਪਾਇਸ਼ ਕੀਤੀ, ਟੋਟਲ ਸਮੁੰਦਰ ਤੋਂ ਲੈ ਕੇ ਉਰਲੇ ਪਾਸੇ ਤੋਂ ਆਲ ਦਾ ਵੇ ਦਰਿਆਏ ਸਿੰਧ ਤੱਕ ਤੇ ਉੱਪਰ ਤਿੱਬਤ ਤੱਕ. ਖੈਰ ਜਿਹੜੀ ਬੇਨਤੀ ਕਰਨ ਲੱਗਾ ਸੀਗਾ, ਉਹ ਸਾਡੇ ਉੱਥੇ ਮੈਨੂੰ ਯਾਦ ਹੈ ਬਜ਼ੁਰਗ ਪਿੰਡ ਉਹ ਇੱਕ ਗੱਲ ਦੱਸਦੇ. ਉਹ ਕਹਿੰਦੇ ਕਿ ਉੱਥੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਣੀ ਸੀ, ਉੱਥੇ ਬੈਠੇ ਗੱਲਾਂ ਕਰਦੇ. ਕਹਿੰਦੇ ਗੁਰਦੁਆਰਾ ਸਾਹਿਬ ਨਾ ਇੱਥੇ ਕਿਉਂਕਿ ਇੱਕ ਸੀਮ ਦਾ ਪੱਥਰ ਲੱਗਾ ਸੀਗਾ, ਮਤਲਬ ਬਾਊਂਡਰੀ ਸਟੋਨ ਜਿਹੜਾ ਸੀਗਾ, ਅਤੇ ਉਹ ਕਹਿੰਦੇ ਉਹ ਪੱਟਿਆ, ਇੱਥੇ ਇਮਾਰਤ ਬਣ ਰਹੀ. ਜਦੋਂ ਪਾਰਟੀਸ਼ਨ ਤੋਂ ਬਾਅਦ ਕਿਤੇ ਇੱਧਰ ਆਏ, ਜਦੋਂ ਪਾਕਿਸਤਾਨ ਹੋਂਦ 'ਚ ਆ ਗਿਆ, ਤੁਰਲੇ ਪਾਸੇ ਇੱਧਰ ਆ ਗਏ, ਅਤੇ ਉਹ ਕਹਿੰਦੇ ਪਿਆ ਦਿਨ ਦੇ ਟਾਈਮ ਇੱਥੇ ਅਸੀਂ ਸਾਰੇ ਭਲਵਾਨ ਸੀਗੇ, ਮਤਲਬ ਰੈਸਲਰਸ ਮੱਲ ਸੀਗੇ, ਤਾਂ ਅਸੀਂ ਘੁਲਦੇ ਤੇ ਸ਼ਰਤਾਂ ਲੱਗ ਰਹੀਆਂ ਵੀ ਆ ਪੱਥਰ ਚੱਕ ਕੇ ਇਸ ਤਰੀਕੇ ਨਾਲ ਉੱਪਰ ਆਪਣੇ, ਫਿਰ ਉਹਨੂੰ ਬਾਹਾਂ ਦੇ ਨਾਲ ਉੱਪਰ, ਜਿਹਨੂੰ ਪੰਜਾਬੀ 'ਚ ਕਹਿੰਦਾ ਬਾਲਾ ਕੱਢਣਾ, ਵੀ ਹੂ ਕੈਨ ਡੂ ਇਟ. ਓਕੇ ਮੈਂ ਕਰ ਦਿਆਂਗਾ, ਓਕੇ ਮੈਂ ਕਰ ਦਿਆਂਗਾ. ਸ਼ਰਤਾਂ ਲੱਗ ਰਹੀਆਂ ਵੀ ਓਕੇ ਜਿਹੜਾ ਇਸ ਤਰੀਕੇ ਨਾਲ ਬਾਲਾ ਕੱਢ ਦੇਗਾ ਉਸ ਨੂੰ ਇੰਨਾ ਇਨਾਮ ਮਿਲੇਗਾ. ਇਹੋ ਜਿਹੀਆਂ ਕੋਈ ਹੋ ਰਹੀਆਂ ਬਾਤਾਂ. ਖੈਰ ਕਹਿੰਦੇ ਹੁਣ ਸ਼ਾਮ ਹੋ ਗਈ ਹੈ,
क्योंकि एडा भार चकना, इस करके पहला थोड़ा जोर करना पेगा, पहला रेडी होना पेगा, फिर ही चकांगे। तो हुण शाम हो गई, उन्नी कल नूं चकांगे। चलो ठीक है जी, सारी गलबात कर करा के ते चले गए। वो बजुर्ग कहिंदे, वो खुद भलवान सीगे, वो कहिंदे घर जाके नींद ना आई भी शर्ते ला आया वां भी सवेरे चकना आ, तो मते ऐसा ना हो चकिया ना जाए बेइज्जती हो जाए। इस करके कम करिए आपां रात नूं एक टेस्ट कर आईए, दैन एक्चुअली कॉन्फिडेंस वध जाएगा, दैन आई कैन डू ईजीली। वो कहिंदे कि रात नूं अद्धी क रात होई तो नींद कित्थे आउणी सी, तुर पिया, पहुँच गया उत्थे, थोड़ा बहुता डंड बैठकां वगैरह लगाउंदा होया, भजदा होया, ताकि थोड़ा शरीर गर्म हो जाए तो जाके चकांगा। जिवें जिवें ਉਹਦੇ ਨੇੜੇ ਪਹੁੰਚ ਰਿਹਾ ਉਸ ਜਗ੍ਹਾ ਦੇ, ਤੇ ਆਵਾਜ਼ ਆ ਰਹੀ ਹੈ ਜਿਵੇਂ ਕੋਈ ਕਿਸੇ ਤਰੀਕੇ ਨਾਲ, ਜਿਵੇਂ ਸਪੋਜ਼ ਕਰੋ ਕਿ ਪੈਂਟਿੰਗ ਕਰ ਰਿਹਾ, ਹੂੰਗ ਰਿਹਾ, ਕੋਈ ਜ਼ੋਰ ਲਗਾ ਰਿਹਾ, ਹੂੰਗ ਰਿਹਾ। ਕਹਿੰਦਾ ਮੈਂ ਕਿਹਾ ਵੀ ਹੈ ਤੇ ਇਕੱਲਾ ਹੀ ਸੀਗਾ, ਕੋਈ ਦਿਸਦਾ ਹੈ ਨਹੀਂ ਆਲੇ ਦੁਆਲੇ, ਗੱਲ ਕੀ ਹੈ। ਥੋੜਾ ਹੋਰ ਕਲੋਜ਼ ਬਾਏ ਹੋਇਆ ਤੇ ਫਿਰ ਪਤਾ ਲੱਗਾ ਓਹੋ ਆਵਾਜ਼ ਤੇ ਆ ਰਹੀ ਵਾਕਿਆ 'ਚ। ਥੋੜਾ ਹੋਰ ਕੋਲ ਆਇਆ ਤੇ ਦੇਖਿਆ ਇੱਕ ਸ਼ਖਸ ਉਹ ਬੁਰਜੀ ਦੇ ਥੱਲੇ ਆਲਰੇਡੀ ਫਸਿਆ ਹੋਇਆ। ਉਹ ਕੌਣ ਹੈ? ਮੇਰਾ ਆਪਣਾ ਦੋਸਤ, ਆਲਰੇਡੀ ਮੇਰੇ ਤੋਂ ਪਹਿਲਾਂ ਟਰਾਈ ਕਰਨ ਵਾਸਤੇ ਆਇਆ, ਤੇ ਉਹ ਕਿਉਂਕਿ ਹੈਂਡਲ ਹੋਇਆ ਨਹੀਂ ਤਾਂ ਥੱਲੇ ਦੱਬਿਆ ਗਿਆ ਉਹਦੇ। ਖੈਰ ਮੈਂ ਉਹਦੀ ਹੈਲਪ ਵਗੈਰਾ ਕੀਤੀ, ਉਹਨੂੰ ਹੈਲਪ ਆਊਟ ਕਰਕੇ ਉਹਨੂੰ ਬਾਹਰ ਕੱਢਿਆ। ਤੇ ਬਾਹਰ ਕੱਢਣ ਤੋਂ ਬਾਅਦ ਉਹ ਮੈਨੂੰ ਹੱਥ ਜੋੜ ਕੇ ਕਹਿੰਦਾ ਹੈ ਵੀ ਇੱਕ ਕੰਮ ਕਰੀ, ਹੁਣ ਸਵੇਰੇ ਦੱਸੀ ਨਾ ਕਿਸੇ ਨੂੰ, ਮਜ਼ਾਕ ਬੜਾ ਬਣੇਗਾ, ਕਿਉਂਕਿ ਸਾਰਿਆਂ ਨੂੰ ਮਤਲਬ ਤੈਨੂੰ ਤੇ ਪਤਾ ਲੱਗ ਗਿਆ ਸਾਰਾ। ਤੇ ਐਕਚੁਅਲੀ ਮੈਂ ਤੇ ਆਇਆ ਸੀ ਟੈਸਟ ਕਰਨ ਵਾਸਤੇ। ਤੇ ਕਹਿੰਦਾ ਮੈਂ ਵੀ ਇਮਾਨਦਾਰੀ ਨਾਲ ਉਹਨੂੰ ਕਿਹਾ ਵੀ ਸੱਚ ਇਹ ਹੈ ਵੀ ਮੈਂ ਵੀ ਇਹੀ ਕੰਮ ਕਰਨ ਆਇਆ ਸੀਗਾ, ਇੰਨਾ ਸ਼ੁਕਰ ਕਰ ਵੀ ਜਿੱਥੇ ਤੂੰ ਪਿਆ ਤੇ ਮੈਂ ਪਏ ਹੋਣਾ ਸੀ, ਜੇ ਕਿਤੇ ਮੈਂ ਅੱਧਾ ਘੰਟਾ ਪਹਿਲਾਂ ਆ ਜਾਂਦਾ। ਤੇ ਇਸ ਕਰਕੇ ਬਚਾ ਰਹਿ ਗਿਆ। ਇਹ ਰਾਜ਼ਦਾਰੀਅਤ ਕੱਲੀ ਤੇਰੀ ਨਹੀਂ, ਮੇਰੀ ਵੀ ਹੈ। ਕਹਿੰਦਾ ਖੈਰ ਇਹ ਤੇ ਕੰਮ ਨਿਕਲ ਗਿਆ। ਉਸ ਤੋਂ ਸਮਾਂ ਉਸ ਸਵੇਰੇ ਅਸੀਂ ਜਿਹੜਾ ਹੈਗਾ ਉਹ ਨਹੀਂ ਕੀਤਾ ਸਭ ਕੁਝ, ਪਰ ਇੰਨੇ ਸਾਲਾਂ ਬਾਅਦ ਕਹਿੰਦੇ ਅੱਜ ਮੈਂ ਅਹਿਸਾਸ ਕਰਦਾ ਹਾਂ ਵੀ ਹਕੀਕਤ ਇਹ ਹੈ ਬੰਦਾ ਜਾਣੇ ਅਣਜਾਣੇ ਗਲਤੀਆਂ ਕਰਦਾ ਆ, ਐਸੀਆਂ ਗਲਤੀਆਂ ਵੀ ਜਿਹਦੇ 'ਚ ਆਪਣੇ ਆਪ ਨੂੰ ਡੈਮੇਜ ਕਰ ਸਕਦਾ, ਕਿਸੇ ਨੂੰ ਡੈਮੇਜ ਕਰ ਸਕਦਾ, ਐਸੀਆਂ ਗਲਤੀਆਂ ਜਿਹਦੇ ਨਾਲ ਆਪਣਾ ਜੀਵਨ ਭਰ ਦਾ ਨੁਕਸਾਨ ਕਰ ਸਕਦਾ, ਕਿਸੇ ਦਾ ਕਰ ਸਕਦਾ। ਪਰ ਕਈ ਵਾਰੀ ਐਸਾ ਹੁੰਦਾ ਆ ਉਹ ਨੁਕਸਾਨ ਹੋਣ ਤੋਂ ਪਹਿਲਾਂ ਹੀ ਕੁਝ ਐਸੇ ਹਾਲਾਤ ਬਣਦੇ ਆ ਉਹਦੇ 'ਚ ਕਿਸੇ ਮਦਦ ਮਿਲ ਜਾਂਦੀ, ਬਚ ਜਾਂਦਾ। ਤੇ ਜੇ ਉਹਦੇ 'ਚ ਬੰਦਾ ਇਹ ਸੋਚੇ ਕਿ ਆਮ ਵੈਰੀ ਸਮਾਰਟ, ਮਾਰਿਆ ਗਿਆ, ਉਹ ਗਲਤੀ ਦੁਬਾਰਾ ਦੁਹਰਾਏਗਾ ਤੇ ਉਸ ਤੋਂ ਵੱਡੀ ਦੁਹਰਾਏਗਾ, ਤੇ ਐਸੀ ਦੁਹਰਾਏਗਾ ਮੁੜ ਕੇ ਹੋ ਸਕਦਾ ਪਹਿਲੇ ਚੀਜ਼ ਤੋਂ ਕੌਨਸੀਕੁਐਂਸਸ ਤੋਂ ਬਚ ਜਾਂਦਾ, ਦੂਸਰੇ ਤੋਂ ਸ਼ਾਇਦ ਬਚ ਹੀ ਨਾ ਸਕੇ। ਇਸ ਕਰਕੇ ਸਾਹਿਬ ਕਹਿੰਦੇ ਜਿਹਦੇ ਕਿਤੇ ਪਰਦੇ ਰਹਿ ਗਏ, ਜੇ ਕਿਤੇ ਉਹ ਬਖਸ਼ੇ ਬਚਨ ਆਇਆ, ਜੇ ਬਖਸ਼ੇ ਤਾਂ ਗੁਰ ਵਡਿਆਈ, ਫਿਰ ਵੀ ਤਰਸ ਕਰਨਾ। ਉਹ ਕਹਿੰਦੇ ਲਿਟਰਲੀ ਤੌਰ ਤੇ ਸਵੇਰੇ ਦਿਨ ਚੜਿਆ, ਅਸਾਂ ਦੋਨਾਂ ਨੇ ਸਵੇਰੇ ਦੇਗ ਕਰਾਈ, ਨਾਲੇ ਅਰਦਾਸ ਕਰਾਈ, ਦਾਤਾ ਸ਼ੁਕਰ ਹੈ ਤੇਰਾ, ਅਦਰਵਾਈਜ਼ ਦਿਨ ਦੇ ਸਮੇਂ ਨਾਲੇ ਤੇ ਬੇਇੱਜ਼ਤੀ ਹੋਣੀ ਸੀ। ਜੇ ਕਿਤੇ ਕੱਲਾ ਰਾਤ ਨੂੰ ਕੋਈ ਫਸ ਜਾਂਦਾ, ਹੋ ਸਕਦਾ ਮੌਤ ਹੋ ਜਾਂਦੀ। ਅਗਲਾ ਬਚਨ ਇਹਦੇ ਨਾਲ ਹੀ ਗੁਰੂ ਮਹਾਰਾਜ ਕਹਿੰਦੇ ਗੁਰਮੁਖ ਬੋਲੇ ਸੋ ਥਾਏ ਪਾਏ, ਮਨਮੁਖ ਕਿਛ ਥਾਏ ਨਾ ਪਾਈ। ਜਿਹੜੇ ਗੁਰੂ ਵੱਲ ਮੂੰਹ ਕਰਕੇ ਤੁਰਦੇ ਨੇ, ਉਹ ਜੋ ਬੋਲਦੇ ਨੇ ਉਹ ਥਾਏ ਪੈ ਜਾਂਦਾ ਹੈ। ਹੁਣ ਜੋ ਬੋਲਣਾ ਥਾਏ ਪੈਣਾ, ਦੇਖੋ ਗੁਰੂ ਦਾ ਘਰ ਆ ਜਿਹੜਾ ਇਹ ਕਹਿੰਦਾ ਆ ਸਭ ਦਾ ਭਲਾ ਤੇਰਾ ਭਲਾ ਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਜਿਹੜਾ ਸਰਬੱਤ ਦੇ ਭਲੇ ਦੇ ਕੌਨਸੈਪਟ ਵਿੱਚ ਚੱਲੇਗਾ, ਸਭ ਦੀ ਵੈਲ ਬੀਇੰਗ ਵਾਸਤੇ, ਸਭ ਦੇ ਬੈਟਰਮੈਂਟ ਵਾਸਤੇ, ਸਭ ਦੇ ਅੱਛਾਈ ਤੇ ਚੰਗਿਆਈ ਵਾਸਤੇ ਕੰਮ ਕਰੇਗਾ, ਉਹਦੇ ਆਪਣੇ ਜੀਵਨ 'ਚ ਅੱਛਾ ਕਿਉਂ ਨਹੀਂ ਹੋਏਗਾ, ਚੰਗਾ ਕਿਉਂ ਨਹੀਂ ਹੋਏਗਾ। ਅੱਜ ਸਿੰਪਲ ਲੈਵਲ ਤੇ ਸਾਇੰਟੀਫਿਕਲੀ ਬਿਹੇਵੀਅਰਲ ਸਟੱਡੀਜ਼ ਵਿੱਚੋਂ ਸਾਨੂੰ ਇਹ ਚੀਜ਼ ਸਮਝਾਈ ਜਾ ਰਹੀ ਹੈ ਕਿ ਵਟ ਐਵਰ ਯੂ ਆਰ ਡੂਇੰਗ ਇਨ ਐਕਸ਼ਨਸ, ਇਨ ਵਰਡਸ, ਈਵਨ ਇਨ ਯੂਰ ਥਾਟ ਪ੍ਰੋਸੈਸ, ਦੈਟ ਥਿੰਗ ਇਜ਼ ਗੋਇੰਗ ਟੂ ਇਵੋਲਵ ਟੂਵਰਡ ਯੂ। ਡੋਂਟ ਵਰੀ। ਜਿਹਨੂੰ ਅਸੀਂ ਕਹਿੰਦੇ ਹਾਂ ਜਿਹਾ ਬੀਜਾ ਸੋ ਲੁਣਾ, ਜਿਹੜਾ ਫਲ ਬੀਜ ਰਹੇ ਉਹੀ ਇਵੋਲਵ ਹੋਣਾ ਹੈ, ਉਹਨੇ ਵਧਣਾ ਹੈਗਾ। ਸੋ ਜਿਸ ਰੂਪ ਦੇ 'ਚ ਅਸੀਂ ਸੋਚਦੇ ਹਾਂ, ਜਿਸ ਰੂਪ 'ਚ ਅਸੀਂ ਬੋਲਦੇ ਹਾਂ, ਜਿਸ ਰੂਪ ਵਿੱਚ ਅਸੀਂ ਕਰਦੇ ਹਾਂ, ਅਲਟੀਮੇਟਲੀ ਉਹ ਥਾਂ ਪੈਂਦਾ ਆ। ਤੇ ਗੁਰੂ ਮਹਾਰਾਜ ਨੇ ਬਿਆਨ ਕੀਤਾ ਜਿਹੜਾ ਬੰਦਾ ਆਪਣੇ ਮਨ ਬਚ ਤੇ ਕਰਮ ਕਰਕੇ ਗੁਰੂ ਦੇ ਗੁਰਮਤੀਆ ਹੋ ਗਿਆ, ਉਹਦਾ ਬੋਲਿਆ ਥਾਂ ਪੈ ਗਿਆ। ਬਚਨ ਆਇਆ ਗੁਰਮੁਖ ਬੋਲੇ ਸੋ ਥਾਂ ਪਾਏ, ਮਨਮੁਖ ਕਿਛ ਥਾਂ ਨਾ ਪਾਈ। ਮਨਮੁਖ ਭਗਤ ਫਰੀਦ ਜੀ ਦਾ ਸ਼ਬਦ ਪੜ੍ਹਦੇ ਹਾਂ, ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕੰਢ ਹੈ ਕੱਚਿਆ। ਮਨ ਹੋਰ ਮੁਖ ਹੋਰ, ਬੰਦਾ ਮੂੰਹ ਤੋਂ ਕਿਸੇ ਨੂੰ ਇਹ ਕਹਿੰਦਾ ਆ ਮੈਂ ਤੇ ਨਾ ਬਸ ਤੇਰਾ ਵੈਲ ਵਿਸ਼ਰ ਆ, ਤੇਰਾ ਭਲਾ ਹੀ ਮੰਗਦਾ ਆ, ਅੰਦਰ ਇਹ ਚੱਲ ਰਿਹਾ ਵੀ ਹੋਏ ਨਾ ਹੋਏ ਤੇ ਇਹਦਾ ਨੁਕਸਾਨ ਜ਼ਰੂਰ ਹੋਣਾ ਚਾਹੀਦਾ, ਹੋਏ ਨਾ ਹੋਏ ਤੇ ਮੈਂ ਇਹਦੇ ਤੋਂ ਅੱਗੇ ਲੰਘ ਜਾਏ, ਪਿੱਛੇ ਰਹਿ ਜਾਏ, ਇਹਦਾ ਕੰਮ ਨਾ ਹੀ ਬਣੇ। ਹੁਣ ਇਹੋ ਜਿਹੀ ਜਿਹੜੀ ਹਾਲਤ ਆ, ਜਿਸ ਮੈਂ ਐਗਜ਼ਾਮਪਲ ਕਰ ਰਿਹਾ ਵਾਂ,
ਅਲਟੀਮੇਟਲੀ ਅੰਦਰ ਦੇ ਮਨ ਦੀਆਂ ਆਵਾਜ਼ਾਂ ਪੂਰੀਆਂ ਥੋੜ੍ਹਾ ਹੋਣਗੀਆਂ। ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸੀ, ਜੀੜਾ ਅਗਨ ਬਰਾਬਰ ਤਪੈ, ਭੀਤਰ ਵੱਗੈ ਕਾਂਤੀ। ਅੰਦਰ ਅੱਗ ਬਲਦੀ ਹੈ। ਜੈਲਸ ਕੀ ਈਰਖਾ ਇਹੀ ਹੈ ਨਾ, ਈਰਖਾ ਹੋਰ ਕੁਛ ਵੀ ਨਹੀਂ। ਜਿਵੇਂ ਬੋਧੀ ਗ੍ਰੰਥਾਂ ਦੀ ਤਰਜਮਾਨੀ 'ਚ ਲਿਖਿਆ ਜਾਂਦਾ ਹੈ ਵੀ ਵਾਟ ਇਜ਼ ਜੈਲਸ, ਈਰਖਾ ਕੀ ਹੈਗੀ ਹੈ। ਈਰਖਾ ਇੱਕ ਐਸਾ ਪੱਥਰ ਆ ਜਿਹੜਾ ਤੁਸੀਂ ਹੱਥ 'ਚ ਲਿਟਰਲੀ ਤੌਰ 'ਤੇ ਨਹੀਂ ਫੜਿਆ, ਪਰ ਤੁਹਾਡੇ ਮਨ ਦੇ ਹੱਥ 'ਚ ਫੜਿਆ ਹੈ। ਹੱਥ 'ਚ ਲਿਟਰਲੀ ਤੌਰ 'ਤੇ ਫੜਿਆ, ਦੂਜੇ ਨੂੰ ਦਿਸ ਜਾਏ ਤੇ ਤੁਸੀਂ ਦੂਜੇ 'ਤੇ ਮਾਰ ਵੀ ਸਕੋ, ਕਿਉਂਕਿ ਉਹ ਮਨ ਦੇ ਹੱਥ 'ਚ ਫੜਿਆ ਆ। ਇਸ ਕਰਕੇ ਉਹ ਨਾ ਦੂਜੇ ਨੂੰ ਦਿਸਦਾ ਹੈ ਤੇ ਨਾ ਅਸੀਂ ਮਾਰ ਸਕਦੇ, ਕਿਉਂਕਿ ਲਿਟਰਲੀ ਤੇ ਉਹ ਹੈ ਨਹੀਂਗਾ। ਪਰ ਕਹਿੰਦੇ ਅਲਾਮਤ ਉਸ ਪੱਥਰ ਦੀ ਇਹ ਹੈ ਕਿ ਉਹ ਪੱਥਰ ਅੱਗ ਨਾਲ ਬਲ ਰਿਹਾ ਹੈ, ਕੋਲਾ ਆ। ਹੁਣ ਤੁਸੀਂ ਫੋਲਡ ਕੀਤਾ, ਠੀਕ ਹੈ, ਤੁਸੀਂ ਮਾਰ ਤੇ ਨਹੀਂ ਰਹੇ ਕਿਸੇ ਨੂੰ, ਕਿਸੇ ਨੂੰ ਦਿਸ ਵੀ ਨਹੀਂ ਰਿਹਾ, ਪਰ ਉਹ ਹਰ ਵਕਤ ਤੁਹਾਡੇ ਮਨ ਦੇ ਹੱਥ 'ਚ ਮੱਚ ਰਿਹਾ ਆ, ਜਲ ਰਿਹਾ ਆ। ਜਦੋਂ ਜਲ ਰਿਹਾ ਤੇ ਚੈਨ ਕਿੱਥੇ ਮਿਲੇ? ਮਨ ਦਾ ਮੁਰੀਦ ਹੁਣ ਉਹਦਾ ਥਾਂ ਕਿੱਥੇ ਪਏ? ਅੰਦਰ ਜੋ ਚਾਹੁੰਦਾ ਬਾਹਰ ਹੁੰਦਾ ਨਹੀਂ, ਜੋ ਮੂੰਹ ਤੋਂ ਬੋਲਦਾ ਆ ਉਹ ਮਨ ਚਾਹੁੰਦਾ ਨਹੀਂ। ਐਸੀ ਹਾਲਤ ਆ, ਨਾ ਜਿਉਂਦਿਆਂ 'ਚ ਨਾ ਮਰਿਆਂ 'ਚ। ਇਹ ਮਨਮੁਖ ਦੀ ਸਜ਼ਾ ਆ। ਗੁਰੂ ਬਾਬਾ ਜੀ ਕਹਿੰਦੇ ਮਨਮੁਖ ਕਿਛ ਥਾਂ ਨਾ ਪਾਏ, ਉਹਦੇ ਪੱਲੇ ਕੁਝ ਵੀ ਨਹੀਂ ਪੈਂਦਾ। ਅਗਲਾ ਬਚਨ ਲਿਖਿਆ, ਪਾਲਾ ਕੱਕਰ ਬਰਫ ਵਰਸੈ, ਗੁਰਸਿੱਖ ਗੁਰ ਦੇਖਣ ਜਾਈ। ਜਿੱਥੋਂ ਬਾਤ ਸ਼ੁਰੂ ਹੋਈ ਸੀ, ਗੁਰੂ ਨਾਲ ਨਾਤੇਦਾਰੀ ਤੁਹਾਡੀ ਕਿੰਨਾ ਹਾਲਤਾਂ 'ਚ ਬਣ ਸਕਦੀ ਹੈ। ਅਕਸਰ ਹੁੰਦਾ ਆ when situations are actually going according to our plans, we are very happy, and most of the time we say we are very thankful to ਵਾਹਿਗੁਰੂ ਜੀ। ਵਾਹਿਗੁਰੂ ਸਾਡੀ ਅਰਦਾਸ ਸੁਣਦਾ ਆ, ਸਾਰਾ ਕੰਮ ਠੀਕ ਹੋ ਰਿਹਾ ਆ, ਸਭ ਚੀਜ਼ਾਂ। ਪਰ ਹਰ ਵਕਤ ਹਾਲਾਤ ਐਵੇਂ ਨਹੀਂ ਚੱਲਣੇ ਚਾਹੀਦੇ। ਜੋ ਮੈਂ ਤੇ ਰਿਲੇਸ਼ਨਸ਼ਿਪ ਜਿਹੜੇ ਕਈ ਵਾਰੀ ਕਾਉਂਸਲਿੰਗਸ ਦੇ ਵਿੱਚ ਇੰਡੀਵਿਜੂਅਲ ਨਾਲ ਗੱਲਾਂ ਕਰਦਾ ਆ, ਤੂੰ ਕਈ ਵਾਰੀ ਕਹਿਣਗੇ ਮੈਂ ਇਹਨੂੰ ਆਹ ਗੱਲ ਕਹਿਣਾ ਆ, ਹਸਬੈਂਡ ਕਹਿ ਰਿਹਾ ਵਾਈਫ ਨੂੰ, ਵਾਈਫ ਮੰਨਦੀ ਨਹੀਂ। ਵਾਈਫ ਕਹਿੰਦੀ ਹੈ ਜੀ ਮੇਰੀ ਗੱਲ ਕਿਹੜਾ ਇਹ ਮੰਨਦੇ ਨੇ, ਮੈਂ ਉਹਨਾਂ ਨੂੰ ਆਹ ਸੁਜੈਸ਼ਨ ਦਿੱਤਾ, ਇਹਨਾਂ ਨਹੀਂ ਮੰਨਿਆ ਇਸ ਤਰੀਕੇ ਨਾਲ। ਤੇ ਉਹ ਕਈ ਵਾਰੀ ਬੰਦਾ ਕਹੇਗਾ ਦੈਟਸ ਨਾਟ ਗੁੱਡ, ਬਿਕੋਜ਼ ਬੋਥ ਆਰ ਗੋਇੰਗ ਇਨ ਆਪੋਜ਼ਿਟ ਡਾਇਰੈਕਸ਼ਨਸ, ਐਂਡ ਇਨ ਦੈਟ ਵੇ ਦੇ ਆਰ ਕੁਆਰਲਿੰਗ, ਦੇ ਆਰ ਹੈਵਿੰਗ ਸਮ ਕਾਈਂਡ ਆਫ ਹਾਰਡ ਟਾਈਮ। ਰਿਲੇਸ਼ਨਸ਼ਿਪ ਥੈਰੇਪੀਜ਼ ਦੇ 'ਚ ਬਾਤ ਸਮਝਾਈ ਜਾਂਦੀ ਹੈ, ਇਹ ਬੜੀ ਪੋਜ਼ੀਟਿਵ ਚੀਜ਼ ਹੈ। ਇਹਦੇ ਨਾਲ ਇੰਟਰੈਕਸ਼ਨ ਹੋਏਗੀ। ਜਿਹੜੇ ਓਪੋਜ਼ਿਟ ਖਿਆਲ ਹੋਣੇ, ਵਿਚਾਰ ਹੋਣੇ ਨੇ ਇੱਕ ਦੂਸਰੇ ਦੇ ਨਾਲ, ਤੁਸੀਂ ਇੱਕ ਦੂਜੇ ਦੀ ਅਟੈਂਸ਼ਨ ਬਾਏ ਕਰੋਗੇ, ਇੱਕ ਦੂਜੇ ਨਾਲ ਇੰਟਰੈਕਟ ਕਰੋਗੇ, ਲੰਬੇਰਾ ਸਮਾਂ ਟਾਕ ਕਰ ਸਕੋਗੇ, ਗੱਲ ਹੋ ਸਕੇਗੀ, ਇੱਕ ਦੂਜੇ ਨੂੰ ਅੰਡਰਸਟੈਂਡ ਕਰ ਸਕੋਗੇ ਕਿਉਂਕਿ ਪ੍ਰੋਪਰਲੀ। ਇਹ ਕੋਈ ਬਹੁਤੀ ਮਾੜੀ ਚੀਜ਼ ਨਹੀਂ ਹੈ। ਹਾਂ, ਤੁਸੀਂ ਇਸ ਚੀਜ਼ ਦੇ ਵਿੱਚੋਂ ਲਗਾਤਾਰਤਾ ਦੇ ਨਾਲ ਲੜਦਿਆਂ ਆਪਣੇ ਹੰਕਾਰ ਨੂੰ ਵਧਾ ਲਵੋ, ਗੱਲਾਂ ਬਾਤਾਂ ਕਰਦਿਆਂ ਤੇ ਫਿਰ ਉਹਨੂੰ ਵਾਇਲੈਂਟ ਲੈਵਲ 'ਤੇ ਲੈ ਆਓ, ਦੈਟ ਇਜ਼ ਅਬਿਊਸਿਵ ਲੈਂਗੁਏਜ 'ਚ ਆ ਜਾਓ, ਦੈਟ ਇਜ਼ ਅਨਐਕਸੈਪਟੇਬਲ। ਅਦਰਵਾਈਜ਼ ਇਹ ਕਨਵਰਸੇਸ਼ਨਸ ਹੋਣੀਆਂ, ਇੰਟਰੈਕਸ਼ਨਸ ਹੋਣੀਆਂ, ਇਹ ਇੱਕ ਨੋਰਮਲ ਚੀਜ਼ ਹੈ। ਜਿਹੜਾ ਸਾਹਿਬ ਨੇ ਬਚਨ ਕਿਹਾ ਆ ਕਿ ਪਾਲਾ ਕੱਕਰ ਬਰਫ ਵਰਸੈ, ਲਿਟਰਲੀ ਤੌਰ 'ਤੇ ਸਾਡੇ ਕੈਨੇਡਾ ਦੇ ਜਿੰਨੀ ਬਰਫ਼ ਪੈਂਦੀ ਹੈ, ਆਪ ਦੇਖਦੇ ਹੋ, ਦੁਨੀਆ ਦੇ ਸ਼ਾਇਦ ਕਿਸੇ ਹੋਰ ਖਿੱਤੇ 'ਚ ਇੰਨੀ ਐਕਸਪੀਰੀਅੰਸ ਨਹੀਂ ਲੋਕੀ ਕਰਦੇ। ਅਸੀਂ ਇੰਨੀ ਬਰਫ਼ ਵਿੱਚ ਇੱਥੇ ਜਿਹੜਾ ਹੈਗਾ, ਅਤੇ ਲੋਕ ਕਈ ਵਾਰੀ ਇੱਥੇ ਜਿਨ੍ਹਾਂ ਲੋਕਾਂ ਨੂੰ ਖੈਰ ਹੁਣ ਤੇ ਗਲੋਬਲਾਈਜੇਸ਼ਨ ਹੋਣ ਕਰਕੇ ਵੱਡੇ ਲੈਵਲ 'ਤੇ ਪੀਪਲ ਆਰ ਫੈਮਿਲੀਅਰ ਵਿਦ every corner of the world, but people who haven't been here, sometime we talk to them and they asked us, okay, ਉਹ ਅੱਜ ਤੁਹਾਡੇ ਤੇ ਬਰਫ਼ ਬੜੀ ਪਈ ਹੈ, ਫਿਰ ਸਾਰਾ ਕੁਝ ਬੰਦ ਹੋ ਗਿਆ ਹੋਣਾ? ਭਾਈ ਕੁਛ ਵੀ ਬੰਦ ਨਹੀਂ ਹੋਇਆ, ਸਕੂਲ ਵੀ ਖੁੱਲ੍ਹੇ ਨੇ, ਅੱਜ ਰਾਤ ਦੀ ਬਰਫ਼ ਪੈ ਕੇ ਹਟ ਗਈ, ਸਵੇਰੇ ਰੋਡ ਸਾਫ਼ ਹੋ ਗਏ ਨੇ, ਲੋਕੀ ਦਫ਼ਤਰਾਂ 'ਚ ਗਏ ਨੇ, ਕੰਮਾਂ ਕਾਰਾਂ 'ਤੇ ਗਏ ਨੇ, ਕਿਸੇ ਦੀ ਡਾਕਟਰ ਦੀ ਅਪੁਆਇੰਟਮੈਂਟ, ਦ ਬਿਜ਼ਨਸ ਇਜ਼ ਔਨ ਦ ਸੇਮ ਲੈਵਲ ਐਜ਼ ਯੂਜ਼ੁਅਲ। ਅਤੇ ਉਹ ਫਿਰ ਕਈ ਵਾਰੀ ਕਹਿਣਗੇ ਇਹ ਕਿਵੇਂ ਹੋ ਸਕਦਾ ਭਾਈ ਇਸ ਤਰ੍ਹਾਂ ਹੈ, ਅਸੀਂ ਬੜੇ ਯੂਜ਼ ਟੂ ਹਾਂ, ਸਾਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ, ਸਿਸਟਮ ਇੱਥੇ ਆਜ਼ਾਦ ਹੋਇਆ, ਸਾਰਾ ਕੁਝ ਉਸ ਰੂਪ ਵਿੱਚ ਹੋਇਆ ਹੈਗਾ। ਸੋ ਜੇ ਬੰਦਾ ਕਹੇ ਕਿ ਜੇ ਪਾਲਾ ਬਰਫ਼ ਤੇ ਕੱਕਰ ਪੈ ਰਿਹਾ, ਤੇ ਜੇ ਕੋਈ ਸ਼ਖਸ ਗੁਰੂ ਦੇ ਦੁਆਰੇ ਆ ਕੇ ਮੱਥਾ ਟੇਕ ਕੇ ਬੈਠ ਕੇ ਸੰਗਤ ਕਰ ਰਿਹਾ, ਮੈਂ ਨੋ ਡਾਊਟ ਵੈਦਰ ਜਿਹੜਾ ਸੀਗਾ ਉਹ ਇੰਨਾ ਵਧੀਆ ਨਹੀਂ ਸੀਗਾ, ਉਹ ਨਾਸਾਜ਼ ਸੀਗਾ, ਪਰ ਬੰਦਾ ਫਿਰ ਵੀ ਆਪਣੇ ਡੈਡੀਕੇਸ਼ਨ ਨਾਲ ਆਇਆ। ਪਰ ਕੱਲੀ ਇਹ ਉਸ ਫਿਜ਼ੀਕਲ ਫਾਰਮ ਦੀ ਗੱਲ ਨਹੀਂ ਹੋ ਰਹੀ, ਉਸ ਸਨੋ ਇਨਵਾਇਰਮੈਂਟ ਦੀ ਜਾਂ ਸਨੋ ਸਟੋਰਮਸ ਦੀ। ਇੱਥੇ ਗੱਲ ਹੋ ਰਹੀ ਹੈ ਜਿਹੜੀ ਲਾਈਫ ਦੇ ਵਿੱਚ ਟਰਬੂਲੈਂਸ ਆਉਂਦੀ ਹੈ। ਕਈ ਵਾਰ ਐਸਾ ਮਤਲਬ ਕੋਲਡ ਇਨਵਾਇਰਮੈਂਟ ਸਾਨੂੰ ਫੇਸ ਕਰਨਾ ਪੈਂਦਾ ਆ, ਸਾਡੇ ਫੈਮਿਲੀ ਦੇ ਵਿੱਚ, ਸਾਡੀ ਰਿਲੇਸ਼ਨਸ਼ਿਪਸ ਦੇ ਵਿੱਚ, ਸਾਡੀਆਂ ਫਾਈਨੈਂਸ਼ੀਅਲ ਸਿਚੁਏਸ਼ਨ ਦੇ ਵਿੱਚ, ਸੋਸ਼ਲ ਸਟਰਕਚਰ ਦੇ ਵਿੱਚ, ਅਤੇ ਬੰਦੇ ਨੂੰ ਕਹੇ ਵੀ ਤੂੰ ਚੱਲ ਗੁਰਦੁਆਰੇ ਚੱਲਦੇ ਆ, ਉਹ ਕਹਿੰਦਾ ਜੀ ਕਾਹਦਾ ਗੁਰੂ ਕਾਹਦਾ ਰੱਬ,
ਮੇਰੀ ਤੇ ਗੱਲ ਹੀ ਨਹੀਂ ਸੁਣ ਰਿਹਾ। ਜਿਹੜੀ ਹਾਲਤ ਮੇਰੀ ਹੈ ਇੱਥੇ, ਜਦੋਂ COVID-19 ਸ਼ੁਰੂ ਹੋਇਆ ਤੇ ਮੇਰੇ ਇੱਥੇ ਬੜੇ ਪਿਆਰੇ ਬੱਚੇ ਹੈਗੇ ਨੇ ਸਟੂਡੈਂਟਸ, ਤੇ ਉਹ ਗੁਰਦੁਆਰਾ ਸਾਹਿਬ ਆਉਂਦੇ ਡਿਊ ਟੂ ਕੋਵਿਡ ਸਿਚੁਏਸ਼ਨ ਉਹਨਾਂ ਦੀ ਜੋਬ ਚਲੀ ਗਈ, they didn't have any job, and same time their work permit was actually passing by very fast. They have only last year to fulfill their PR and everything, and so much actually you can say upset, and totally they were showing total downside of their actually whole personality. By chance ਕਿਤੇ ਕਿਸੇ ਨੇ ਸੁਜੈਸਟ ਕੀਤਾ ਬੜੇ ਡਾਊਨ ਉਸ ਲੈਵਲ ਤੇ ਵੀ ਤੁਸੀਂ ਮੜ ਜੀ ਗੱਲ ਕਰੋ, ਮੇਰੇ ਨਾਲ ਗੱਲਬਾਤ ਕੀਤੀ ਤੇ ਮੈਂ ਕਿਹਾ ਬੇਟਾ ਯੂ ਆਰ ਲਿਵਿੰਗ ਵੈਰੀ ਪਾਸ ਬਾਏ ਟੂ ਦ ਗੁਰਦੁਆਰਾ, ਵਾਈ ਡੋਂਟ ਯੂ ਕਮ ਇਨ ਗੁਰਦੁਆਰਾ ਸਾਹਿਬ। ਉਹ ਲਿਟਰਲੀ ਤੌਰ ਤੇ ਕਹਿੰਦੀ ਨਾ ਮੇਰਾ ਤੇ ਜੀ ਨਹੀਂ ਕਰਦਾ ਗੁਰਦੁਆਰੇ ਜਾਣ ਨੂੰ। ਜਦੋਂ ਦੀ ਆਈਆਂ ਇੱਥੇ 4 ਸਾਲ ਹੋ ਗਏ, ਗੁਰਦੁਆਰੇ ਜਾ ਰਹੀਆਂ, ਪਾਠ ਕਰ ਰਹੀਆਂ, ਅਰਦਾਸਾਂ ਕਰ ਰਹੀਆਂ, ਕੁਛ ਵੀ ਤੇ ਪੱਲੇ ਨਹੀਂ ਪਿਆ। ਹੁਣ ਤੇ ਬਲਕਿ ਲੱਗ ਰਿਹਾ ਕਿ ਸਭ ਕੁਝ ਖਤਮ ਹੀ ਹੋ ਗਿਆ। ਮੈਂ ਹੱਸ ਪਿਆ, ਮੈਂ ਕਿਹਾ ਦੈਟਸ ਯੂਰ ਪਰਸੈਪਸ਼ਨ। ਹਕੀਕਤ ਇਹ ਹੈ ਕਿਸੇ ਸਮੇਂ ਵੀ ਕੋਈ ਵੀ ਸਿਚੁਏਸ਼ਨ ਜਿਹੜੀ ਹੈ, ਕੋਈ ਵੀ ਅਪੋਰਚੁਨਿਟੀ ਅਕਰ ਹੋ ਸਕਦੀ ਹੈ। ਐਂਡ ਸੈਕਿੰਡ ਥਿੰਗ, you didn't waste your time at all. You studied properly. After that you have proper experience, and even after 3 years you have to go back. Life is not actually ਜਿਹੜੀ ਹੈਗੀ have been over. No, you still have your actually ਜਿਹੜਾ ਤੇਰੇ ਕੋਲ ਤੇਰੀ ਐਜੂਕੇਸ਼ਨ ਆ, ਤੇਰਾ ਐਕਸਪੀਰੀਅੰਸ ਹੈ, ਸਾਰਾ ਕੁਛ ਹੈ। ਹਾਂ, ਇੱਕ ਡਰੀਮ ਨਹੀਂ ਤੇ ਕੋਈ ਹੋਰ ਡਰੀਮ ਕਰ ਲਾਂਗੇ, ਉਸ ਤਰੀਕੇ ਨਾਲ ਉਹਨੂੰ ਲੱਭ ਲਾਂਗੇ, ਉਸਨੂੰ ਜਿਹੜਾ ਹੈਗਾ ਫੁਲਫਿਲ ਕਰ ਲਵਾਂਗੇ, ਸਾਰੀ ਬਾਤ। ਪਰ ਅਜੇ ਵੀ ਤੂੰ ਇੰਨੀ ਜਲਦੀ ਹੋਪਲੈਸ ਨਾ ਹੋ। ਖੈਰ ਉਹ ਸਾਰੀ ਗੱਲਬਾਤ ਹੋਈ, ਦੁਬਾਰਾ ਥੋੜ੍ਹਾ ਬਹੁਤਾ ਟਰਾਈ ਕੀਤੀ, ਤੇ ਉਸੇ 10 ਦਿਨਾਂ ਦੇ ਵਿੱਚ ਹੀ ਇੱਕ ਐਸੀ ਓਪਰਚੁਨਿਟੀ ਬਣੀ। They are on their actually just on right path toward their PR, toward their actually career and everything. ਇਹ ਕਰਤਾਰੀ ਨਿਜ਼ਾਮ ਵਿੱਚ ਕੋਈ ਪਤਾ ਨਹੀਂ ਕਿਸ ਵਕਤ ਕਿਹੜੀ ਚੀਜ਼ ਵਾਪਰ ਜਾਣੀ ਹੈ। ਬੰਦੇ ਦਾ ਹੌਸਲਾ ਜਿਹੜਾ ਆ, ਤੁਸੀਂ ਇੱਕ ਦੰਤ ਕਥਾ ਸੁਣੀ ਹੋਏਗੀ ਕਦੇ। ਦੰਤ ਕਥਾ ਮੀਨ ਜਸਟ ਐਕਚੁਅਲੀ folk tale which we have made, we don't have any source, just people made by themselves, and our generations are actually carrying that kind of folk tales, and we try to just tell each other those kind of stories. Story ਇਹ ਹੈਗੀ ਕਿ ਕਿਸੇ ਕਿਸਾਨ ਨੂੰ ਇਹ ਦੱਸਿਆ ਗਿਆ ਵੀ 24 ਘੰਟਿਆਂ ਦੇ ਵਿੱਚ 8 ਪੈਰਾਂ ਦੇ ਵਿੱਚ, 8 ਪੈਰ ਅਸੀਂ ਪੰਜਾਬੀ 'ਚ ਕਹਿੰਦੇ ਹਾਂ, in 24 hours there are actually some moments, ਇੱਕ ਮੂਮੈਂਟ ਆਉਂਦੀਆਂ ਨੇ ਕੁਝ ਇਹੋ ਜਿਹੀਆਂ ਜਿਹਦੇ 'ਚ ਜੋ ਮੂੰਹ ਤੋਂ ਕਹਿੰਦੇ ਉਹ ਪੂਰਾ ਹੋ ਜਾਂਦਾ। whatever we actually spell from our mouth, that is going to be happened. ਉਹ ਕਿਸਾਨ ਕਹਿੰਦਾ ਵੀ ਇੰਨੀ ਮਿਹਨਤ ਕਰਦਾ ਮੈਂ, ਇੰਨਾ ਸਾਰਾ ਕੁਝ, ਇਹ ਤੇ ਇੱਕ 8 ਪੈਰਾਂ ਦੀ ਗੱਲ ਆ, ਗੱਲ ਹੀ ਕੁਛ ਨਹੀਂ ਹੈਗੀ। ਆਪਾਂ ਨਾ ਸੋਵਾਂਗੇ ਨਾ ਖਾਵਾਂਗੇ, ਇਟਸ ਨੋਟ ਅ ਬਿਗ ਡੀਲ, ਕਿਉਂਕਿ ਉਹ ਸਵੇਰ ਤੋਂ ਸ਼ਾਮ ਤੱਕ ਮੁਸ਼ੱਕਤ ਕਰਦਾ। ਤੇ ਉਹ ਆਪਣੀ ਜਿਹੜੀ ਲੱਕੜ ਦਾ ਹਲ ਆ, ਲੋਹਾ ਤਾਂ ਬੜੀ ਬਾਅਦ 'ਚ ਆਇਆ ਨਾ, ਉਦੋਂ ਲੱਕੜ ਦੇ ਹੁੰਦਾ ਸਾਰਾ, ਉਹਦਾ ਸਾਰਾ ਵਾਹਣ ਵਾਲਾ ਲੱਕੜ ਦਾ ਹਲ ਉਹਨੇ ਇਸ ਤਰੀਕੇ ਨਾਲ ਹੱਥਾਂ 'ਚ ਚੱਕਿਆ ਤੇ ਬਸ ਉੱਚੀ ਉੱਚੀ ਬੋਲਣ ਲੱਗ ਗਿਆ, ਸੋਨੇ ਦਾ ਬਣ ਜਾ, ਸੋਨੇ ਦਾ ਬਣ ਜਾ, ਸੋਨੇ। ਤੁਸੀਂ ਯੂ ਹੈਵ ਹਰਡ ਦੈਟ folk tale so many time. ਉਹ ਕਰਦਾ ਗਿਆ ਤੇ ਟਾਈਮ ਅੱਜ ਵਰਗੀ ਕਲੌਕ ਤੇ ਨਹੀਂ ਸੀ ਹੈਗੇ। ਉਹ ਸੂਰਜ ਜਿਹੜਾ ਚੜ੍ਹਨ ਤੋਂ ਲੱਗਾ, ਸੂਰਜ ਡੁੱਬ ਗਿਆ, ਅਗਲੇ ਦਿਨ ਸਾਰੀ ਉਹ ਰਾਤ ਨਿਕਲ ਗਈ, ਫਿਰ ਸਵੇਰੇ ਸੂਰਜ ਚੜ੍ਹਨ ਵਾਲਾ ਹੋ ਗਿਆ। ਜਦੋਂ ਨੇ ਦੇਖਿਆ ਵੀ ਓਹੋ ਸੂਰਜ ਤੇ ਚੜ੍ਹ ਗਿਆ, ਆਲਮੋਸਟ 24 hours ਤੇ ਹੋ ਗਏ। ਹੁਣ ਬੰਦਾ ਫੈਡਅਪ ਵੀ ਹੁੰਦਾ ਆ, ਟਾਇਰਡ ਵੀ ਹੋ ਜਾਂਦਾ ਹੈ, ਹੰਗਰੀ ਵੀ ਹੋਏਗਾ, ਨੋ ਡਾਊਟ। ਐਕਚੁਅਲੀ ਭੁੱਖ ਵੀ ਲੱਗੀ ਹੋਏਗੀ, ਸਾਰਾ ਕੁਝ ਅੰਦਰ ਦੇ ਕੈਮੀਕਲ ਵੀ ਸਾਰੇ ਬਦਲ ਗਏ ਹੋਣਗੇ ਸਟੋਰੀ 'ਚ ਦੇਖਿਆ ਜਾਏ। ਅਖੀਰ ਗੁੱਸੇ 'ਚ ਖਿਜਿਆ ਹੋਇਆ, ਕਹਿੰਦੇ ਇੱਕਦਮ ਕੀ ਹੋਇਆ ਕਿ ਇੱਕਦਮ ਖਿਜਿਆ ਹੋਇਆ, ਇੱਕਦਮ ਉਹਨੂੰ ਚੁੱਕ ਕੇ ਵਗਾਉਂਦਾ ਦੂਰ, ਤੇ ਨਾਲੇ ਕਹਿੰਦਾ ਜੇ ਸੋਨੇ ਦਾ ਨਹੀਂ ਹੋਣਾ ਤੇ ਲੋਹੇ ਦਾ ਹੀ ਹੋ ਜਾ ਘੱਟ ਤੋਂ ਘੱਟ। ਉਹ ਲੋਹੇ ਦਾ ਬਣ ਗਿਆ। ਮੀਨ ਇਟਸ ਅ ਸਟੋਰੀ, ਇਟਸ ਨੋਟ ਐਕਚੁਅਲੀ ਰਿਐਲਿਟੀ, ਬਟ ਸਟੋਰੀ ਸਾਨੂੰ ਕੁਝ ਦੱਸ ਰਹੀ ਹੈ। ਅਸੀਂ ਪੇਸ਼ੈਂਸ ਲੂਜ਼ ਕਰ ਜਾਂਦੇ ਹਾਂ, ਅਸੀਂ ਹੌਸਲਾ ਛੱਡ ਜਾਂਦੇ ਹਾਂ। ਰੱਬ ਨਾ ਹੈ ਭਰੋਸੇ ਦਾ, ਧਰਮ ਨਾ ਹੈ ਬਲੀਵ ਦਾ, ਤੇ ਸਪਿਰਿਚੁਅਲਿਟੀ ਨਾ ਆ some kind of activity or exercises ਦਾ, mental or spiritual exercises ਦਾ। If we keep on doing, keep on actually following this trail, then definitely ਜਿਹੜਾ ਬਾਣੀ ਦੱਸ ਰਹੀ ਹੈ ਇਹ ਚੀਜ਼ਾਂ ਨਾ ਹੋਣ, ਐਸਾ ਹੋ ਨਹੀਂ ਸਕਦਾ। ਮਹਾਰਾਜ ਕਹਿੰਦੇ
ਹੁਣ ਹਾਲ ਹਾਲਾਤ ਸੱਜੇ ਖੱਬੇ, ਪਾਲਾ ਕੱਕਰ ਵਰਫ ਵਰਸ ਹੈ। ਗੁਰਸਿੱਖ ਗੁਰ ਦੇਖਣ ਜਾਈ, ਜਿਹੜਾ ਗੁਰੂ ਕਾ ਸਿੱਖ ਹੈ ਫਿਰ ਗੁਰੂ ਕੋਲ ਜਾਏ, ਫਿਰ ਉਹ ਆਪਣੀ ਐਸੋਸੀਏਸ਼ਨ ਗੁਰੂ ਨਾਲ ਟੁੱਟਣ ਨਾ ਦੇ। ਅਗਲਾ ਬਚਨ ਹੈ, ਸਭ ਦਿਨ ਸਰੈਣ ਦੇਖੋ ਗੁਰ ਆਪਣਾ, ਵਿੱਚ ਅੱਖੀਂ ਗੁਰ ਪੈਰ ਧਰਾਈ। ਸਭ ਦਿਨ ਸਰਾਤ ਰਹਿਣ ਦੇਖੋ ਗੁਰੇ ਆਪਣਾ, ਰਾਤ ਦਿਨ ਆਪਣੇ ਗੁਰੂ ਨੂੰ ਦੇਖਣਾ। ਹੁਣ ਗੁਰੂ ਨੂੰ ਦੇਖਣਾ ਤੁਸੀਂ ਦੇਖਿਆ ਹੋਇਆ ਕਦੇ, ਜਾਂ ਤੁਸੀਂ ਇਸ ਤਰੀਕੇ ਨਾਲ ਯੂ ਮਾਈਟ ਹੈਵ ਹਰਡ ਦਿਸ ਕਾਈਂਡ ਆਫ ਟਾਕ। ਕਈ ਵਾਰ ਲੋਕ ਕਹਿੰਦੇ ਮੈਨੂੰ ਤੇ ਜੀ 2 ਹਫ਼ਤੇ ਹੋ ਗਏ ਮੈਂ ਤੇ ਆਪਣਾ ਟੱਬਰ ਵੀ ਨਹੀਂ ਵੇਖਿਆ। ਬੰਦਾ ਕਿ ਟੱਬਰ ਵੀ ਨਹੀਂ ਵੇਖਿਆ? ਰੋਟੀ ਤੁਸੀਂ ਰਾਤ ਨੂੰ ਘਰ ਜਾਏ ਖਾਧੀ ਹੈ, ਤੁਸੀਂ ਆਪਣੇ ਘਰ ਰਹੇ ਹੋ, ਸਵੇਰੇ ਫਿਰ ਤੁਸੀਂ ਕੰਮ ਤੇ ਚਲੇ ਗਏ ਹੋ, ਮਤਲਬ ਦੇਖਿਆ ਨਹੀਂ ਮਤਲਬ ਹੈਗਾ ਵੀ ਕਮਿਊਨੀਕੇਸ਼ਨ ਨਹੀਂ ਕੀਤੀ, ਗੱਲਬਾਤ ਨਹੀਂ ਕੀਤੀ, ਕੋਈ ਕਿਸੇ ਕਿਸਮ ਦੇ ਨਾਲ ਬੱਚਿਆਂ ਨਾਲ ਇੰਟਰੈਕਸ਼ਨ ਨਹੀਂ ਹੋਈ, ਕੋਈ ਉਹਨਾਂ ਦੇ ਨਾਲ ਮੈਂ ਕੋਈ ਜਿਹੜਾ ਹੈਗਾ ਲੇਜ਼ਰ ਟਾਈਮ ਨਹੀਂ ਸਪੈਂਡ ਕੀਤਾ, ਮੈਂ ਉਹਨਾਂ ਦੇ ਵਿੱਚ ਕੋਈ ਆਪਣਾ ਟਾਈਮ ਇਨਵੈਸਟ ਨਹੀਂ ਕੀਤਾ, ਉਹਨਾਂ ਨੇ ਮੇਰੇ ਨਾਲ ਕੁਝ ਟਾਈਮ ਸਪੈਂਡ ਨਹੀਂ ਕੀਤਾ। ਜਿਹੜੀ ਇਹ ਬਾਤ ਆ, ਇੱਥੇ ਜਿਹੜਾ ਬਚਨ ਆਇਆ ਨਾ, ਸਭ ਦਿਨ ਸਰੈਣ ਦੇਖੋ ਗੁਰੇ ਆਪਣਾ। ਹੁਣ ਦਿਨ ਰਾਤ ਗੁਰੂ ਨੂੰ ਆਪਣੇ ਨੂੰ ਦੇਖਣਾ, ਮੇਨ ਆਪਣੇ ਗੁਰੂ ਨੂੰ ਭੇਟ ਹੋਣਾ, ਗੁਰੂ ਨਾਲ ਟਾਈਮ ਸਪੈਂਡ ਕਰਨਾ। ਤੇ ਗੁਰੂ ਨਾਲ ਟਾਈਮ ਸਪੈਂਡ ਕਰਨ ਦਾ ਮਤਲਬ ਬਾਣੀ ਪੜ੍ਹਨੀ, ਕੀਰਤਨ ਕਰਨਾ, ਸੁਣਨਾ, ਸਮਝਣਾ, ਇਸ ਪਾਸੇ ਮਤਲਬ ਪ੍ਰੈਕਟੀਕਲੀ ਆਪਣਾ ਟਾਈਮ ਸਪੈਂਡ ਕਰਨਾ। ਗੁਰੂ ਸਾਹਿਬ ਕਹਿੰਦੇ ਇਹ ਚੀਜ਼ ਹਰ ਵਕਤ ਹੋਣੀ ਚਾਹੀਦੀ ਹੈ। ਇਹ ਨਹੀਂ ਕਿ ਕਿਸੇ ਇੱਕ ਸਰਟਨ ਟਾਈਮ ਜਾਂ ਪੀਰੀਅਡ ਦੇ ਵਿੱਚ ਬੰਦਾ, ਬਲਕਿ ਸਭ ਦਿਨ ਸਰੈਣ ਦੇਖੋ ਗੁਰੇ ਆਪਣਾ, ਵਿੱਚ ਅੱਖੀਂ ਗੁਰ ਪੈਰ ਧਰਾਈ। ਵਿੱਚ ਅੱਖੀਂ, ਅੱਖਾਂ ਦੇ ਵਿੱਚ ਪੈਰ ਧਰਨੇ। ਅੱਖਾਂ ਦੇ ਵਿੱਚ ਪੈਰ ਧਰਨੇ ਦਾ ਮਾਇਨਾ ਬੰਦਾ, ਜਿਹਨੂੰ ਅਸੀਂ ਡੇ ਡਰੀਮਿੰਗ ਵੀ ਕਈ ਵਾਰੀ ਕਹਿ ਦਿੰਦੇ ਹਾਂ। ਦੇਖੋ ਲਿਵ ਲੱਗਣੀ ਜਿਹੜੀ ਹੈ ਨਾ, ਵਿੱਚ ਅੱਖੀਂ ਪੈਰ ਧਰਾਈ ਹੈ। ਕਿਸੇ ਚੀਜ਼ ਬਾਰੇ ਇਤਨਾ ਜ਼ਿਆਦਾ ਅੰਗੇਜ ਹੋ ਜਾਣਾ ਕਿਸੇ ਖਾਸ ਆਈਡੀਓਲੋਜੀ ਦੇ ਨਾਲ, ਬੰਦਾ ਉਹਦੇ ਤੋਂ ਬਾਹਰ ਜਾ ਹੀ ਨਾ ਸਕੇ। ਜਿਸ ਰੂਪ ਦੇ ਵਿੱਚ ਅੱਜ ਸਮਾਜ ਦੇ ਵਿੱਚ ਨਸ਼ਿਆਂ ਦੀ ਹਾਲਤ ਦੇਖੋ ਕੀ ਹੈ, ਸਮਾਜ ਦੇ ਵਿੱਚ ਜਿਹੜੇ ਬੈਡ ਡੀਡਸ ਨੇ, ਵਕਾਰ ਨੇ, ਉਹਨਾਂ ਦੀ ਹਾਲਤ ਕੀ ਹੈ, ਸਮਾਜ ਦੇ ਵਿੱਚ ਜਿਹੜੀਆਂ ਜਿਹੜੇ ਸੋਸ਼ਲ ਫਲਾਜ਼ ਨੇ, ਟੈਕਨੋਲੋਜੀ, ਸੋਸ਼ਲ ਮੀਡੀਆ, ਸਕਰੀਨ ਟਾਈਮ, ਇਹ ਸਾਰੀਆਂ ਚੀਜ਼ਾਂ ਲੈ ਲਵੋ, they are taking our actually you can say our time, our life। ਉਹ ਸਾਡੇ ਤੋਂ ਸਾਡਾ ਸਾਰਾ ਕੁਝ ਲੈ ਜਾ ਰਹੇ ਨੇ। ਲੋਕਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਘਰਾਂ ਥਾਵਾਂ ਦੇ ਵਿੱਚ, ਹਾਲਾਂਕਿ ਕੁਝ ਐਥੀਕਲੀ ਬਾਉਂਡ ਕੀਤਾ ਗਿਆ ਕੰਪਨੀਜ਼ ਨੂੰ, ਜਿਵੇਂ ਐਪਲ ਆ ਜਾਂ ਹੋਰ ਇਹੋ ਜਿਹੀਆਂ ਵੱਡੀਆਂ ਟੈਕਨੋਲੋਜੀ ਬਣਾਉਣ ਵਾਲੀਆਂ ਕੰਪਨੀਆਂ ਨੇ, ਵੀ ਭਾਈ ਤੁਸੀਂ ਨਾ ਅਗਲਾ ਪੁੱਛੇ ਨਾ ਪੁੱਛੇ ਉਹਨੂੰ ਸਕਰੀਨ ਟਾਈਮ ਰੋਜ਼ ਦੱਸੋ, ਹਫਤੇ 'ਚ ਇੱਕ ਵਾਰੀ ਜ਼ਰੂਰ ਦੱਸੋ ਵੀ ਹਾਊ ਵਾਜ਼ ਯੂਅਰ ਸਕਰੀਨ ਚਾਰਟ ਦਿਸ ਵੀਕ। ਹਰ ਰੋਜ਼ ਤੂੰ 4 ਘੰਟੇ ਸਕਰੀਨ ਤੇ ਬਤੀਤ ਕੀਤੇ ਨੇ, 6 ਘੰਟੇ ਸਕਰੀਨ ਤੇ, ਤਾਂ ਕਿ ਐਟਲੀਸਟ ਬੰਦੇ ਨੂੰ ਕੁਝ ਆਈਡੀਆ ਹੋ ਸਕੇ ਮੇਰੀ ਜ਼ਿੰਦਗੀ ਕਿੱਥੇ ਜਾ ਰਹੀ ਹੈ। ਜੇ ਸਪੋਜ਼ ਕਰੋ ਐਵਰੀ ਡੇ ਕੋਈ ਬੰਦਾ 2 ਘੰਟੇ ਵੀ ਬਤੀਤ ਕਰ ਰਿਹਾ ਸਕਰੀਨ ਦੇ ਉੱਤੇ, ਤੇ 7 ਦਿਨਾਂ ਦੇ ਵਿੱਚ 14 ਘੰਟੇ, ਇਟਸ ਅ ਹਿਊਜ ਟਾਈਮ। ਜੇ ਇਹਦੇ ਚੋਂ 14 ਦੇ ਚੋਂ 7 ਘੰਟੇ ਗੁਰਬਾਣੀ ਵਰਗੀ ਰਚਨਾ ਨੂੰ ਪੜ੍ਹਨ ਸਮਝਣ ਤੇ ਲਾਏ ਜਾਣ, ਹਾਊਜ਼ ਦੈਟ? ਬੰਦਾ ਕਹਿੰਦਾ ਆਈ ਡੋਂਟ ਹੈਵ ਟਾਈਮ। ਸੇਮ ਸਕਰੀਨ ਨੂੰ ਯੂਜ਼ ਕਰਕੇ ਐਕਚੁਅਲੀ ਤੁਹਾਡੀ ਹੈ ਰਿਲੇਸ਼ਨਸ਼ਿਪ। ਵਿੱਚ ਅੱਖੀਂ ਗੁਰ ਪੈਰ ਧਰਾਈ। ਹੁਣ ਇਹ ਗੁਰੂ ਦੇ ਪੈਰ, ਅਸੀਂ ਜੇ ਗੁਰੂ ਨੂੰ ਫੜਨਾ ਹੈ ਫਿਜ਼ੀਕਲੀ ਤੇ ਕਿਵੇਂ ਫੜਾਂਗੇ? ਗੁਰੂ ਸਾਹਿਬ ਦੇ ਪੈਰ ਚਰਨ ਕੀ ਨੇ? ਸ਼ਬਦ, ਅੱਖਰ, ਲੈਟਰਸ। ਫੜੋ ਇਹਨਾਂ ਨੂੰ। ਜਿਵੇਂ ਫੜੋਗੇ ਇਹਨਾਂ ਨੂੰ ਤੇ ਕਿਵੇਂ ਫੜੋਗੇ? ਅੱਖਾਂ ਦੇ ਜ਼ਰੀਏ, ਕੰਨਾਂ ਦੇ ਜ਼ਰੀਏ ਸੁਣੋਗੇ, ਅੱਖਾਂ ਨਾਲ ਪੜੋਗੇ। ਅੱਜ ਦੀ ਤਾਰੀਖ ਦੇ ਵਿੱਚ ਵੀ, ਅੱਜ ਹਾਲਾਂਕਿ ਇਹ ਦੱਸਿਆ ਜਾ ਰਿਹਾ ਕਿ ਸਾਡੇ ਕੋਲ ਬੜੇ ਡਿਫਰੈਂਟ ਆਊਟਲੈਟਸ ਹੈਗੇ ਨੇ ਇਨਫੋਰਮੇਸ਼ਨ ਗੈਦਰ ਕਰਨ ਵਾਸਤੇ, ਅਤੇ ਮੈਂ ਕੁਝ ਬਹੁਤ ਸਕਾਲਰਸ ਦੀਆਂ ਇਹੋ ਜਿਹੀਆਂ ਇੰਸਟਰਕਸ਼ਨਸ ਪੜ੍ਹਦਾ ਹਾਂ ਜਿਹੜੇ ਦੱਸਦੇ ਨੇ ਕਿ ਇਫ ਯੂ ਆਰ ਵਾਚਿੰਗ ਸਮਥਿੰਗ, ਫਸਟ ਇਫ ਯੂ ਆਰ ਲਿਸਨਿੰਗ ਸਮਥਿੰਗ, ਯੂ ਆਰ ਗੈਟਿੰਗ ਐਕਚੁਅਲੀ ਅਰਾਊਂਡ 25 to 40% ਇਨਫੋਰਮੇਸ਼ਨ ਜੋ ਤੁਸੀਂ ਸਿਰਫ ਸੁਣਦੇ ਹੋ। ਜੇ ਤੁਹਾਨੂੰ ਨਾਲ ਵੇਖਦੇ ਵੀ ਹੋ, ਜਿਵੇਂ ਟੀਵੀ ਤੇ ਕੋਈ ਨਿਊਜ਼ ਤੁਸੀਂ ਰੇਡੀਓ ਤੇ ਸੁਣੀ, ਤੁਸੀਂ 25 ਤੋਂ 40% ਇਨਫੋਰਮੇਸ਼ਨ ਗੈਦਰ ਕਰ ਲਈ, ਪਕੜ ਲਈ। ਸੇਮ ਚੀਜ਼ ਤੁਸੀਂ ਟੀਵੀ ਤੇ ਦੇਖੀ, ਤੁਹਾਡਾ ਲੈਵਲ ਆਫ ਇਨਫੋਰਮੇਸ਼ਨ ਜਿਹੜਾ ਹੈਗਾ ਗ੍ਰੈਬ ਕਰਨਾ ਵੱਧ ਗਿਆ। ਕਿਵੇਂ? ਉਹ ਕਹਿੰਦੇ ਇਹ 40 ਤੋਂ 60 ਦੇ ਵਿੱਚ ਆ ਜਾਏਗਾ। ਪਰ ਇਫ ਯੂ ਰੀਅਲੀ ਵਾਂਟ ਟੂ ਐਕਚੁਅਲੀ ਗੈਟ ਮੋਰ ਇਨਫੋਰਮੇਸ਼ਨ ਦੈਨ ਗੋ ਫਾਰ ਪ੍ਰਿੰਟ। ਜਦੋਂ ਬੰਦਾ ਉਸੇ ਚੀਜ਼ ਨੂੰ ਪੜ੍ਹਦਾ ਹੈ, ਆਪ ਲੈਟਰ ਬਾਏ ਲੈਟਰ, ਲਾਈਨ ਬਾਏ ਲਾਈਨ,
ਕਹਿੰਦੇ ਧਿਆਨ ਦੇ ਕੇ ਪੜ੍ਹਨ ਦੇ ਨਾਲ ਐਟਲੀਸਟ ਜ਼ਿਆਦਾ ਨਹੀਂ ਤੇ 75% ਇਨਫੋਰਮੇਸ਼ਨ ਗ੍ਰੈਬ ਕਰ ਲੈਂਦਾ। ਜਿਹੜਾ ਸਾਡੇ ਘਰ 'ਚ ਇਹ ਗਿਆ ਨਾ ਕਿ ਆਇਓ ਸੁਣਨ ਪੜ੍ਹਨ ਕੋ ਬਾਣੀ, ਇਹਦੇ ਤੇ ਫੋਕਸ ਕਰ। ਇਹ ਹੈ ਅਸਲ ਦੇ ਵਿੱਚ ਜਿਹੜਾ ਜਿੰਨੀ ਦੇਰ ਤੱਕ ਤੂੰ ਉਸ ਦੇ ਉੱਤੇ ਧਿਆਨ ਨਹੀਂ ਦੇਏਗਾ। ਸਾਹਿਬ ਕਹਿੰਦੇ ਵਿੱਚ ਅੱਖੀਂ ਗੁਰ ਪੈਰ ਧਰਾਈ, ਫਿਰ ਕਿਆ ਅਨੇਕ ਉਪਾਵ ਕਰੀ ਗੁਰ ਕਾਰਨ। ਅਨੇਕਾਂ ਉਪਾਵ ਗੁਰੂ ਦੇ ਨਾਲ ਸਾਂਝ ਪਾਉਣ ਵਾਸਤੇ ਕੀਤੇ ਜਾਣ। ਗੁਰ ਭਾਵੈ ਸੋ ਥਾਏ ਪਾਈ। ਪਰ ਹਰ ਉਪਾਵ ਜ਼ਰੂਰੀ ਨਹੀਂ ਕਿ ਤੁਹਾਡਾ ਲੇਖੇ ਵਿੱਚ ਲੱਗੇ। ਜਦੋਂ ਗੁਰੂ ਨੂੰ ਭਾ ਜਾਏ, ਚੰਗਾ ਲੱਗ ਜਾਏ, ਫਿਰ ਉਪਾਅ ਥਾਂ ਪੈ ਜਾਂਦਾ ਆ। ਭਾਵੇਂ ਪਾਠ ਪੜ੍ਹਨਾ ਆ, ਕੀਰਤਨ ਸੁਣਨਾ ਆ, ਪਾਠ ਸੁਣਨਾ ਆ ਜਾਂ ਸੰਗਤ ਕਰਨੀ ਹੈ, ਐਫਰਟ ਪਾ ਕੇ ਵੀ ਬੰਦੇ ਨੂੰ ਕਈ ਵਾਰੀ ਉਹਦਾ ਰਿਜ਼ਲਟ ਜਿਹੜਾ ਜਿਹੋ ਜਿਹਾ ਉਹ ਚਾਹੁੰਦਾ ਆ, ਮਨ ਪਾਉਂਦਾ ਰਿਜ਼ਲਟਸ ਜਿਹੋ ਜਿਹੀ ਉਹਦੀ ਵਿਸ਼ ਆ ਉਹ ਨਹੀਂ ਮਿਲਦਾ। ਇਹਦੇ ਵਿਸ਼ ਦਾ ਮਾਇਨਾ ਇਹ ਹੈਗਾ ਕਿ ਬੰਦਾ ਪਾਠ ਕਰਦਾ, ਐਟਲੀਸਟ ਬੰਦੇ ਨੂੰ ਪਾਠ ਦਾ ਹੀ ਰਸ ਮਿਲੇ, ਕੀਰਤਨ ਸੁਣਦਾ ਕੀਰਤਨ ਦਾ ਹੀ ਆਨੰਦ ਮਿਲੇ ਇਸ ਰੂਪ ਦੇ ਵਿੱਚ। ਮੈਨੂੰ ਯਾਦ ਆ ਬਹੁਤ, ਜਦੋਂ ਅਸੀਂ ਸ਼ੁਰੂ ਦੇ ਯੂਨੀਵਰਸਿਟੀ ਤੋਂ ਗੁਰਮਤਿ ਇੰਸਟੀਟਿਊਸ਼ਨ 'ਚ ਗਏ ਐਂਡ ਵੀ ਵਰ ਟਰੈਵਲਿੰਗ ਫਰੋਮ ਚੰਡੀਗੜ੍ਹ ਟੂ ਐਕਚੁਅਲੀ ਪੰਜਾਬ ਦੇ ਇੱਕ ਸ਼ਹਿਰ ਤੱਕ ਹੋਰ, ਅਤੇ ਕੋਈ 150 ਕਿਲੋਮੀਟਰ ਗੱਡੀ ਚੱਲਣੀ ਸੀ ਅਤੇ 150 ਕਿਲੋਮੀਟਰ ਤੱਕ ਕੀਰਤਨ ਦੀ ਕੈਸਟ ਚੱਲਦੀ ਰਹੀ, ਸੇਮ ਕੈਸਟ। ਅਤੇ ਸਾਡੇ ਪ੍ਰਿੰਸੀਪਲ ਸਾਹਿਬ ਉਹ ਜਿਸ ਲਹਿਜ਼ੇ ਦੇ ਨਾਲ ਕਾਰ ਸ਼ੁਰੂ ਹੋਈ, ਡਰਾਈਵ ਕਰ ਰਹੇ ਨੇ, ਉਸੇ ਲਹਿਜ਼ੇ ਦੇ ਨਾਲ ਹੀ ਉਹ ਕੀਰਤਨ ਸੁਣ ਰਹੇ ਤੇ ਬਿਲਕੁਲ ਮਸਤ ਪੂਰੇ। ਉੱਥੇ ਪਹੁੰਚ ਗਏ, ਅਸੀਂ ਸਟੂਡੈਂਟ ਸੀਗੇ 4 ਨਾਲ, ਅਤੇ ਸਾਡੇ 'ਚੋਂ ਇੱਕ ਸ਼ਖਸ ਬੜਾ ਬਲੰਟ ਸੀਗਾ, ਬੜਾ ਬੋਲਡ ਸੀਗਾ। ਉੱਥੇ ਉਤਰ ਕੇ ਕਹਿੰਦਾ ਵੀ ਸੌਰੀ ਸਰ, ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਹੈ। ਉਹ ਕਹਿੰਦੇ ਵੀ ਕਮਾਲ ਇਹ ਹੈ ਵੀ ਮੈਂ ਤਾਂ ਹੋਇਆ ਬੜਾ ਬੋਰਡ, ਆਈ ਵਾਸ ਟੋਟਲੀ ਬੋਰਡ। ਪਹਿਲਾਂ ਤਾਂ ਠੀਕ ਰਿਹਾ ਕੋਈ ਥੋੜਾ 15-20 ਮਿੰਟ 25 ਮਿੰਟ, ਬਟ ਆਫਟਰਵਰਡ ਆਈ ਐਕਚੁਅਲੀ ਗੋਟ ਬੋਰਡ ਵੈਰੀ ਬੈਡਲੀ। ਕੀ ਹੋਇਆ ਕਿ ਸੇਮ ਹੀ ਕੈਸਟ ਵੱਜੀ ਜਾ ਰਹੀ ਹੈ। ਤਾਂ ਪ੍ਰਿੰਸੀਪਲ ਸਾਹਿਬ ਕਹਿੰਦੇ ਵੀ ਤੂੰ ਦੱਸ ਦੇਣਾ ਸੀਗਾ, ਆਪਾਂ ਚੇਂਜ ਕਰ ਦਿੰਦੇ, ਕੁਝ ਹੋਰ ਲਗਾ ਦਿੰਦੇ, ਦੱਸਿਆ ਕਿਉਂ ਨਹੀਂ? ਕਹਿੰਦਾ ਮੈਂ ਸੋਚ ਰਿਹਾ ਸੀ ਵੀ ਡੈਫੀਨੇਟਲੀ ਯੂ ਆਰ ਗੋਇੰਗ ਟੂ ਬੀ ਗੈਟ ਬੋਰਡ ਵੈਰੀ ਸੂਨ। ਉਹ ਕਹਿੰਦਾ ਨੋ, ਕਹਿੰਦੇ ਮੈਂ ਤੇ ਸੱਚ ਹੈ, ਮੇਰਾ ਤਾਂ ਜੀ ਕਰਦਾ ਜੇ ਮੈਂ ਹੋਰ ਸੁਣਨਾ 2-4 ਵਾਰ। ਕਮਾਲ, ਤੇ ਬਿੰਦ ਅੰਦਰ ਮੇਰੇ ਵੱਜ ਰਿਹਾ ਸ਼ਬਦ। ਤੇ ਸਾਨੂੰ ਅਸੀਂ ਆਪਸ ਵਿੱਚ ਬਾਅਦ 'ਚ ਗੱਲਾਂ ਕਰਦੇ, ਅਸੀਂ ਕਿਹਾ ਪ੍ਰਿੰਸੀਪਲ ਸਾਹਿਬ ਜੋਕ ਕਰਦੇ ਸਾਨੂੰ, ਐਵੇਂ ਹੋ ਸਕਦਾ? ਨੋ ਵੇ। ਬਟ ਵੰਸ ਯੂ ਗੈਟ ਇਨਵੋਲਵਡ ਇਨ ਦਿਸ ਕਾਈਂਡ ਆਫ ਐਕਟੀਵਿਟੀ ਦੈਨ ਯੂ ਕੈਨ ਰਿਅਲਾਈਜ਼ ਆ ਬਾਣੀ ਕੀ ਹੈ, ਸ਼ਬਦ ਕੀ ਹੈ, ਇਹਦਾ ਸੁਨੇਹਾ ਕੀ ਹੈ, ਕਿਸ ਡੀਪ ਲੈਵਲ 'ਤੇ। ਇੱਥੇ ਸਾਹਿਬ ਨੇ ਕਿਹਾ ਅਨੇਕ ਉਪਾਵ ਕਰੀ ਗੁਰ ਕਾਰਨ, ਗੁਰ ਭਾਵੈ ਸੋ ਥਾਏ ਪਾਈ। ਜਦੋਂ ਕਿਤੇ ਨੂੰ ਭਾ ਜਾਂਦਾ ਹੈ, ਫਿਰ ਵਾਕਿਆ 'ਚ ਜਿਹੜਾ ਤੁਹਾਡੀ ਐਫਰਟ ਹੈ ਉਹ ਥਾਂ ਪੈ ਜਾਂਦੀ ਹੈ। ਤੁਹਾਨੂੰ ਲੱਗਦਾ ਹੈ ਕਿ ਇਹ ਸ਼ਬਦ ਕਿਸ ਲੈਵਲ 'ਤੇ ਤੁਹਾਨੂੰ ਅਪੀਲ ਕਰ ਰਿਹਾ ਹੈਗਾ। ਰਹਿਣ ਦਿਨਸ ਗੁਰ ਚਰਨ ਆਰਾਧੀ, ਦਇਆ ਕਰੋ ਮੇਰੇ ਸਾਈਂ। ਗੁਰੂ ਸਾਹਿਬ ਕਹਿੰਦੇ ਮੈਂ ਰਾਤ ਦਿਨ ਹੇ ਗੁਰੂ ਤੇਰੇ ਰਾਹ ਤੇ ਤੁਰਦਾ ਰਹਾਂ, ਐਸਾ ਤਰਸ ਕਰ ਮੇਰੇ ਤੇ। ਅੰਤਲੀਆਂ 2 ਲਾਈਨਾਂ ਨੇ, ਨਾਨਕ ਕਾ ਜਿਉ ਪਿੰਡ ਗੁਰੂ ਹੈ। ਮੇਰੀ ਜਿੰਦ, ਮੇਰੀ ਜਿਹੜੇ ਅੰਦਰ ਜਿਹਨੂੰ ਸੋਲ ਕਹਿ ਲਓ, ਮੇਰਾ ਪਿੰਡ, ਮੇਰੀ ਬੋਡੀ ਕਹਿ ਲਓ, ਆਈ ਐਮ ਨਥਿੰਗ ਵਿਦਾਊਟ ਮਾਈ ਗੁਰੂ। ਮਾਈ ਸੋਲ ਇਜ਼ ਗੁਰੂ, ਮਾਈ ਬੋਡੀ ਇਜ਼ ਗੁਰੂ। Even though if I am talking about my physical form, I'm totally dedicated toward my Guru. If I'm talking from my actually spirit side, again, that is also for my Guru. So ਮੇਰਾ ਮਨ ਤਨ ਦੋਨੋਂ ਗੁਰੂ ਦੇ ਅੱਗੇ ਅਰਪਿਤ ਹੈ। ਕਿਆ ਨਾਨਕ ਕਾ ਜਿਉ ਪਿੰਡ ਗੁਰੂ ਹੈ, ਗੁਰਮਿਲ ਤ੍ਰਿਪਤ ਅਘਾਈ। ਤੇ ਇਹਦੇ ਕਰਕੇ ਮੇਰੇ ਜੀਵਨ ਵਿੱਚ ਅਸਲ ਤ੍ਰਿਪਤੀ ਹੈ। ਨਾਨਕ ਕਾ ਪ੍ਰਭ ਪੂਰ ਰਹੇ ਹੋਏ, ਜਤ ਕਤ ਤਤ ਗੋਸਾਈ। ਗੱਲ ਸ਼ੁਰੂ ਹੋਈ ਸੀ ਦਰਸ਼ਨ ਹਰ ਦੇਖਣ ਕੈ ਤਾਈ। ਇਹ ਤਾਂ ਗੁਰੂ ਰਾਮਦਾਸ ਸਾਹਿਬ ਗੱਲ ਮੁਕਾਉਂਦੇ, ਦਰਸ਼ਨ ਹੋਏ ਤੇ ਕਿਵੇਂ ਹੋਏ? ਨਾਨਕ ਕਾ ਪ੍ਰਭ ਪੂਰ ਰਹਿਓ ਹੈ। ਪੂਰ ਰਹਿਓ ਜਿਹਨੂੰ ਅਸੀਂ ਕਹਿੰਦੇ ਓਮਨੀ ਪ੍ਰੈਜ਼ੈਂਟ। ਜਿਵੇਂ ਮਾਲਾ ਦੇ ਮੋਤੀ ਦੇ ਵਿੱਚ ਧਾਗਾ ਨਹੀਂ ਪੂਰਿਆ ਹੁੰਦਾ, ਪੁਰਚਿਆ ਹੁੰਦਾ। ਨਾਨਕ ਕਾ ਗੁਰ ਪੂਰ, ਪ੍ਰਭ ਪੂਰ ਰਹਿਓ ਹੈ। ਉਸ ਤਰੀਕੇ ਨਾਲ ਪੂਰਿਆ ਹੋਇਆ ਆ। ਵੱਖਰੇ ਵੱਖਰੇ ਮੋਤੀ ਦਿਸਦੇ ਨੇ, ਪੂਰਾ ਸਾਰੇ ਮੋਤੀਆਂ ਦੇ ਵਿੱਚ ਉਹੀ ਧਾਗਾ ਪਰੁਚਿਆ ਹੈ, ਉਹੀ ਪੂਰਿਆ ਆ। ਮੈਨੂੰ ਸ਼ਕਲ ਸੂਰਤ ਰੰਗ ਇਹ ਚੀਜ਼ਾਂ ਨਹੀਂ ਦਿਸਦੀਆਂ, ਮੈਨੂੰ ਤਾਂ ਧਾਗਾ ਦਿਸਦਾ, ਸੂਤਰ। ਕਿਆ ਨਾਨਕ ਕਾ ਪ੍ਰਭ ਪੂਰ ਰਹੇ ਹੋ ਹੈ, ਜਤ ਕਤ ਤਤ ਗੋਸਾਈ। ਜਿੱਧਰ ਵੇਖਦਾ ਉਧਰ ਗੋਸਾਈ ਆਪ ਹੀ ਹੈ। ਗੋ ਕਹਿੰਦੇ ਧਰਤੀ ਨੂੰ, ਸਾਈਂ ਕਹਿੰਦੇ ਨੇ ਧਰਤੀ ਨੂੰ ਸਿਰਜਣ ਵਾਲੇ, ਉਹਦੀ ਪ੍ਰਤੀਪਾਲਨਾ ਕਰਨ ਵਾਲੇ ਨੂੰ। ਸਾਹਿਬ ਰਹਿਮਤ ਕਰਨ ਐਸੇ ਆਲਮੀ ਵਾਕਿਆਂ ਚੋਂ ਚੰਗੇਰੀ ਪ੍ਰੇਰਣਾ ਮਿਲੇ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ। ਅਗਲੇ ਰਾਤ ਸਮਾਂ ਸਿਮਰਨ ਦਾ ਆ, ਆਪ ਉਹਦੇ ਨਾਲ ਜੁੜੋ। ਮੈਨੂੰ ਇਜਾਜ਼ਤ ਦੇਣੀ, ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।